पंजाब दे विच अक्सर ही आए दिन कोई ना कोई विवाद छिड़िया रहिंदा है, चाहे वह विवाद धार्मिक मुद्दे नूं होवे जां राजनीति नूं लैके होवे। एक अजिहा विवाद होगा जिस दे विच सिमरजीत सिंह मान जिहड़े एक सीनियर पहला पुलिस अधिकारी भी रहे आ, उन्हां वल्लों एक बयान दिता गया सी कि शहीद भगत सिंह आ जिहड़ा वो अतवादी आ। भगत सिंह टेररिस्ट है। 70 साल तो ਵੱਧ ਦਾ ਸਮਾਂ ਹੋ ਗਿਆ जी ਦੇਸ਼ ਆਜ਼ਾਦ देश आजाद होए बिल्कुल ਸਾਡਾ राइट। ਦੇਸ਼ ਹੀ ਨਹੀਂ ਮੰਨ ਸਕਿਆ। ਸਾਡੇ ਦੇਸ਼ ਨੇ ਮਾਨਤਾ ਹੀ ਨਹੀਂ ਦਿੱਤੀ ਉਹਨੂੰ। ਇਹ ਕਰਕੇ ਰਿਕਾਰਡ ਮੁਤਾਬਕ ਜੇ ਰਿਕਾਰਡ ਵੇਖੀਏ ਤੇ ਅੱਜ ਦੀ ਡੇਟ 'ਤੇ ਵੀ ਭਗਤ ਸਿੰਘ ਜਾਂ ਸੁਖਦੇਵ ਜਾਂ ਰਾਜਗੁਰੂ ਜਾਂ ਹੋਰ ਸਾਡੇ ਗਦਰੀ ਬਾਬੇ ਜਾਂ ਹੋਰ ਜਿਹੜੇ ਉਹ ਅੱਤਵਾਦੀ ਹੀ। ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵਚਨ ਵੀ ਕੀਤੇ ਨੇ, ਪਾਵਨ ਵਚਨ ਕਿ ਅਸੀਂ ਖਾਲਸਾ ਸਾਜ ਤਾਂ ਦਿੱਤਾ ਪਰ ਇਹ ਰਹਿੰਦੀ ਦੁਨੀਆ ਤੱਕ ਲੋਕਾਂ ਦੀਆਂ ਅੱਖਾਂ 'ਚ, ਦੁਨੀਆ ਦੀ ਅੱਖਾਂ 'ਚ ਰੜਕੂਗਾ। ਤੇ ਹਕੂਮਤਾਂ ਨੇ ਉਹਨਾਂ ਦੀ ਅੱਖਾਂ 'ਚ ਰੜਕੂਗਾ। ਸਾਡੀ ਨਲਾਇਕੀ ਆ, ਉਹ ਸਾਡੇ ਸ਼ਹੀਦਾਂ ਦਾ ਦੋਸ਼ ਥੋੜੀ ਆ, ਕੋਈ ਹਕੂਮਤ ਦੀ ਨਲਾਇਕੀ ਆ। ਮਾਨ ਸਾਹਿਬ ਵੱਲੋਂ ਮਾਨ ਸਾਹਿਬ ਇੱਕ ਸੁਲਝੇ ਹੋਏ ਕੀ ਕਹਿੰਦੇ ਵੀ ਮੈਂਬਰ ਪਾਰਲੀਮੈਂਟ ਆ, ਮਤਲਬ ਪੁਲਿਸ ਅਫਸਰ ਵੀ ਸੀਨੀਅਰ ਰਹੇ ਨੇ, ਉਹਨਾਂ ਨੂੰ ਇਹ ਕਲੈਰੀਫਾਈ ਕਰਨਾ ਗਲਤ ਆ। पहला तुसीं ये गल कही सी कि सिमरजीत मान ने बिल्कुल सही किया। मैं ਅੱਤਵਾਦੀ ਕਹਿਣ ਦੀ ਗੱਲ ਕੀਤੀ ਆ ਜੀ, ਬਿਲਕੁਲ, ਉਹ ਰਿਕਾਰਡ ਮੁਤਾਬਕ ਸਹੀ ਆ। ਸਰੋਪਾ ਪਾਉਣਾ ਤੁਸੀਂ ਕਹਿ ਰਹੇ ਹੋ ਗਲਤ ਹੈ ਤੇ ਭਗਤ ਸਿੰਘ ਨੂੰ ਅੱਤਵਾਦੀ ਕਹਿਣਾ ਠੀਕ ਨਹੀਂ ਹੈ। ਵੀ ਮਾਨ ਸਾਹਿਬ ਨੇ ਇਹ ਗੱਲ ਕਹੀ ਆ ਵੀ ਉਹਦਾ ਗੁੱਸਾ ਠੰਡਾ ਕੀਤਾ ਜੀ ਜਨਰਲ ਡਾਇਰ ਦਾ। ਜਨਰਲ ਡਾਇਰ ਦਾ ਨਾਲ ਉਹਨਾਂ ਨੇ ਵੀ ਕਿਹਾ ਵੀ ਇੰਦਰਾ ਗਾਂਧੀ ਦਾ ਵੀ ਗੁੱਸਾ ਠੰਡਾ ਕਰ ਲੈਣਾ ਚਾਹੀਦਾ। ਠੰਡਾ ਕਰ ਲੈਣਾ ਚਾਹੀਦਾ ਬਿਲਕੁਲ। ਸੋ ਇਹ ਬੜਾ ਉਹਨਾਂ ਨੇ ਸੈਂਸਿਟਿਵ ਜਿਹਾ ਇਸ਼ੂ ਛੇੜਤਾ। ਭਗਵੰਤ ਮਾਨ ਨੂੰ ਵੀ ਬਾਬੇ ਨਾਨਕ ਦੀ ਸੋਚ ਤੇ ਪੈਦਾ ਕਰਨਾ। ਜੀ ਦਸਵੀਂ ਜੀ ਕੀ ਕਹਿਣਾ ਚਾਹੋਗੇ? ਜਿਵੇਂ ਕਿ ਧਾਰੀਵਾਲ ਸਾਹਿਬ ਨੇ ਕਿਹਾ ਕਿ ਅੱਜ ਭਗਤ ਸਿੰਘ ਦੀ ਸੋਚ ਤੇ ਨਹੀਂ ਬਲਕਿ ਬਾਬੇ ਨਾਨਕ ਦੀ ਸੋਚ ਤੇ ਪਹਿਰਾ ਦੇਣ ਦੀ ਲੋੜ ਹੈ। ਮੈਂ ਇਹ ਕਹਿਣਾ ਚਾਹੁੰਦਾ ਕਿ ਤੁਸੀਂ ਵਾਰਸ, ਮੈਂ ਨਹੀਂ ਸਮਝਦਾ ਤੁਸੀਂ ਵਾਰਸ ਹੈ ਕਿ ਤੁਸੀਂ ਸੋਚ ਨਹੀਂ ਅਡਾਪਟ ਕਰ ਰਹੇ। ਆਪਣਾ ਜਿਹੜਾ ਭਾਰਤ ਆ ਕਾਗਜ਼ਾਂ ਵਿੱਚ ਹੀ ਆਜ਼ਾਦ ਆ, ਮੈਨੂੰ ਲੱਗਦਾ ਦੂਜੇ ਰੋਟ ਆਜ਼ਾਦ ਨਹੀਂ। ਲਾਰਡ ਜਾਂ ਅਡਵਾਇਰ ਸੀ ਜਾ ਕੇ ਲੱਗਾ ਕਰਨ ਪ੍ਰਚਾਰ, ਕਹਿੰਦਾ ਬਾਕੀ ਹਿੰਦੁਸਤਾਨ ਦੇ ਦੇਣੇ ਨਾਲ ਗੋਲੀਆਂ ਮਾਰ, ਮੈਂ ਵਿੱਚ ਜਿਹੜਿਆਂ ਵਾਲੇ ਬਾਗ ਦੇ ਖੇਡਿਆ ਉਹਨਾਂ ਨਾਲ ਸ਼ਿਕਾਰ। ਸਤਿ ਸ੍ਰੀ ਅਕਾਲ ਜੀ। ਰੰਗਲਾ ਪੰਜਾਬ ਰੇਡੀਓ ਐਂਡ ਟੀਵੀ ਵੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਪੱਤਰਕਾਰ ਰਣਜੀਤ ਸਿੰਘ ਰਾਣਾ। ਮੇਰੇ ਨਾਲ ਮੇਰੇ ਸਹਿਯੋਗੀ ਪੱਤਰਕਾਰ ਨੇ ਨਸੀਬ ਸਿੰਘ ਬਿਰਕ। ਪੰਜਾਬ ਦੇ ਵਿੱਚ ਅਕਸਰ ਹੀ ਆਏ ਦਿਨ ਕੋਈ ਨਾ ਕੋਈ ਵਿਵਾਦ ਛਿੜਿਆ ਰਹਿੰਦਾ ਹੈ, ਚਾਹੇ ਉਹ ਵਿਵਾਦ ਧਾਰਮਿਕ ਮੁੱਦੇ ਨੂੰ ਹੋਵੇ ਜਾਂ ਰਾਜਨੀਤੀ ਨੂੰ ਲੈ ਕੇ ਹੋਵੇ। ਪਰ ਤੁਹਾਨੂੰ ਦੱਸ ਦਈਏ ਕਿ ਹੁਣ ਇੱਕ ਅਜਿਹਾ ਵਿਵਾਦ ਹੋਗਾ ਜਿਸ ਦੇ ਵਿੱਚ ਸਿਮਰਜੀਤ ਸਿੰਘ ਮਾਨ ਜਿਹੜੇ ਇੱਕ ਸੀਨੀਅਰ ਪਹਿਲਾਂ ਪੁਲਿਸ ਅਧਿਕਾਰੀ ਵੀ ਰਹੇ ਆ, ਉਹਨਾਂ ਵੱਲੋਂ ਇੱਕ ਬਿਆਨ ਦਿੱਤਾ ਗਿਆ ਸੀ ਕਿ ਸ਼ਹੀਦ ਭਗਤ ਸਿੰਘ ਆ ਜਿਹੜਾ ਉਹ ਅੱਤਵਾਦੀ ਆ। ਤੁਹਾਨੂੰ ਇੱਕ ਫਿਰ ਤੋਂ ਰਿਪੀਟ ਕਰ ਦੇਣਾ ਕਿ ਮੇਰੇ ਨਾਲ ਇੱਕ ਡਿਸਪਲੇ 'ਤੇ ਵੀਡੀਓ ਵੀ ਚੱਲ ਰਹੀ ਹੈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਜਿਹੜਾ ਸ਼ਹੀਦ ਭਗਤ ਸਿੰਘ ਆ ਉਹ ਇੱਕ ਅੱਤਵਾਦੀ ਹੈ। ਇਸ ਤੋਂ ਬਾਅਦ ਹੁਣ ਉਸ ਮਸਲੇ ਦੇ ਵਿੱਚ ਮੇਰੇ ਨਾਲ ਜਿਹੜੇ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਨਗੇ ਸਤਨਾਮ ਸਿੰਘ ਧਾਲੀਵਾਲ, ਜਿਹੜੇ ਮੇਰੇ ਖੱਬੇ ਹੱਥ ਬੈਠੇ ਹੋਏ ਨੇ, ਹਿਊਮਨ ਰਾਈਟਸ ਯੂਨੀਵਰਸਲ ਆਰਗੇਨਾਈਜੇਸ਼ਨ ਦੇ ਪ੍ਰਧਾਨ ਨੇ, ਤੇ ਮੇਰੇ ਸੱਜੇ ਹੱਥ ਬੈਠੇ ਹੋਏ ਨੇ ਜਸਪ੍ਰੀਤ ਸਿੰਘ ਜੀ ਢੋਲਣ, ਜਿਹੜੇ ਸਤਿਕਾਰ ਕਮੇਟੀ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਧਾਨ ਨੇ। ਸਭ ਤੋਂ ਪਹਿਲਾਂ ਸਤਨਾਮ ਸਿੰਘ ਧਾਲੀਵਾਲ ਗੱਲਬਾਤ ਕਰਦੇ ਹਾਂ ਇਸ ਵਿਸ਼ੇ ਦੇ। ਧਾਲੀਵਾਲ ਸਾਹਿਬ, ਕਿਵੇਂ ਵੇਖਦੇ ਹੋ ਇੱਕ ਸਿਮਰਜੀਤ ਮਾਨ ਦੀ ਇੱਕ ਵੀਡੀਓ ਵਾਇਰਲ ਹੋਈ ਜਿਸ ਦੇ ਵਿੱਚ ਉਹਨਾਂ ਨੇ ਭਗਤ ਸਿੰਘ ਨੂੰ ਕਿਹਾ ਗਿਆ ਕਿ ਇੱਕ ਭਗਤ ਸਿੰਘ ਜਿਹੜਾ ਅੱਤਵਾਦੀ ਸੀ? ਦੇਖੋ, ਭਗਤ ਸਿੰਘ ਜਾਂ ਦੇਸ਼ ਦੀ ਆਜ਼ਾਦੀ ਵੇਲੇ ਜੀ ਕਿਸੇ ਵੀ ਜਿਹੜੇ ਮਹਾਨ ਯੋਧੇ ਦਾ ਜਿਹੜਾ ਯੋਗਦਾਨ ਸੀਗਾ ਉਹ ਅਸੀਂ ਭੁਲਾ ਨਹੀਂ ਸਕਦੇ। ਉਹ ਸਾਡਾ ਸ਼ਹੀਦ ਹੀ ਆ ਜੀ, ਉਹਨੂੰ ਅਸੀਂ ਸ਼ਹੀਦ ਮੰਨਦੇ ਹਾਂ। ਪਰ ਜੀ। ਸਾਡੇ ਮੰਨਣ ਦੀ ਗੱਲ ਅਲੱਗ ਆ। ਸਾਨੂੰ 70 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਜੀ ਦੇਸ਼ ਆਜ਼ਾਦ ਦੇਸ਼ ਹੋਇਆ। ਆਜ਼ਾਦ ਹੋਏ ਨੂੰ ਬਿਲਕੁਲ ਰਾਈਟ। ਸਾਡਾ ਦੇਸ਼ ਹੀ ਨਹੀਂ ਮੰਨ ਸਕਿਆ ਜੀ ਸਾਡੇ ਦੇਸ਼ ਨੇ ਮਾਨਤਾ ਹੀ ਨਹੀਂ ਦਿੱਤੀ ਉਹਨੂੰ। ਜੀ ਇਹ ਕਰਕੇ ਰਿਕਾਰਡ ਮੁਤਾਬਕ ਜੇ ਰਿਕਾਰਡ ਵੇਖੀਏ ਤੇ ਅੱਜ ਦੀ ਡੇਟ 'ਤੇ ਵੀ ਭਗਤ ਸਿੰਘ ਜਾਂ ਸੁਖਦੇਵ ਜਾਂ ਰਾਜਗੁਰੂ ਜਾਂ ਹੋਰ ਸਾਡੇ ਗਦਰੀ ਬਾਬੇ ਜਾਂ ਹੋਰ ਜਿਹੜੇ ਉਹ ਅੱਤਵਾਦੀ ਹੀ। ਜਾਣੀ ਕਿ ਤੁਹਾਡੇ ਕਹਿਣ ਦਾ ਮਤਲਬ ਇਹ ਹੈ ਵੀ ਜਿਨ੍ਹਾਂ ਨੇ ਹਕੂਮਤ ਖਿਲਾਫ ਆਵਾਜ਼ ਉਠਾਈ ਉਹ ਅੱਤਵਾਦੀ ਨਿਗਾਹ ਨਾਲ ਹੀ ਦੇਖੇ ਗਏ। ਹਾਂ, ਬਿਲਕੁਲ ਦੇਖੇ ਗਏ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ ਜਿਹੜਾ ਸੰਘਰਸ਼ ਦੇ ਵਿੱਚ ਯੋਗਦਾਨ ਪਾਇਆ। ਜੀ ਮੇਰਾ ਜਸਪ੍ਰੀਤ ਸਿੰਘ ਢੋਲਣ ਜਿਹਨਾਂ ਜਸਪ੍ਰੀਤ ਜੀ, ਕਿਵੇਂ ਵੇਖਦੇ ਹੋ ਜਿਵੇਂ ਕਿ ਸਤਨਾਮ ਸਿੰਘ ਧਾਰੀਵਾਲ ਨੇ ਕਿਹਾ ਕਿ ਜਿਨ੍ਹਾਂ ਨੇ ਹਕੂਮਤ ਦੇ ਖਿਲਾਫ ਆਵਾਜ਼ ਉਠਾਈ, ਜੇਕਰ ਲਾਅ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਰਾਜਗੁਰੂ, ਸੁਖਦੇਵ ਤੇ ਭਗਤ ਸਿੰਘ ਇੱਕ ਅੱਤਵਾਦੀ ਹੀ ਹੈ। ਇਹ ਵੀ ਰਾਣਾ ਜੀ ਗੱਲ ਇਹ ਆ ਕਿ ਮੈਂ
ਗੱਲ ਸ਼ੁਰੂ ਕਰੂੰਗਾ ਆਪਣੇ ਸਿੱਖ ਹਿਸਟਰੀ ਤੋਂ ਸ਼ੁਰੂ ਕਰਾਂਗੇ ਆਪਾਂ। ਜੀ ਬਿਲਕੁਲ ਬਿਲਕੁਲ। ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੇਰੀ ਪੀਰੀ ਦੇ ਮਾਲਕ ਸਤਿਗੁਰਾਂ ਨੇ ਜੀ ਜ਼ਬਰ ਜ਼ੁਲਮ ਦੇ ਖਿਲਾਫ ਆਵਾਜ਼ ਬੁਲੰਦ ਕੀਤੀ। ਜੀ ਸਿੱਖ ਕੌਮ ਨੂੰ ਹਥਿਆਰਬੰਦ ਹੋ ਕੇ ਜ਼ੁਲਮ ਦੇ ਵਿਰੁੱਧ ਜੂਝਣਾ ਉਹਨਾਂ ਨੇ ਜੀ ਸਿਖਾਇਆ ਤੇ ਹੁਕਮ ਵੀ ਕੀਤਾ ਜੀ ਜੂਝਣ ਦਾ। ਜੀ ਇਸੇ ਕੜੀ ਦੇ ਤਹਿਤ ਅੱਗੇ ਚੱਲ ਕੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੀ ਖਾਲਸਾ ਸਾਜਨਾ ਜੀ ਕੀਤੀ, ਬਿਲਕੁਲ। ਖਾਲਸਾ ਪੰਥ ਸਾਜਿਆ। ਬਿਲਕੁਲ ਜੀ। ਸੋ ਨਾਲ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵਚਨ ਵੀ ਕੀਤੇ ਨੇ, ਪਾਵਨ ਵਚਨ, ਕਿ ਅਸੀਂ ਖਾਲਸਾ ਸਾਜ ਤਾਂ ਦਿੱਤਾ ਜੀ ਪਰ ਇਹ ਰਹਿੰਦੀ ਦੁਨੀਆ ਤੱਕ ਲੋਕਾਂ ਦੀ ਅੱਖਾਂ 'ਚ, ਦੁਨੀਆ ਦੀ ਅੱਖਾਂ 'ਚ ਰੜਕੂਗਾ। ਜੀ ਹੁਣ ਆਪਾਂ ਸਮਝੀਏ ਵੀ ਰੜਕਣ ਦਾ ਮੀਨਸ ਕੀ ਹੈਗਾ ਇੱਥੇ। ਜੀ ਬਿਲਕੁਲ ਬਿਲਕੁਲ। ਰੜਕਣ ਦਾ ਹੈਗਾ ਕਿ ਮਤਲਬ ਜੋ ਹਕੂਮਤਾਂ ਨੇ ਉਹਨਾਂ ਦੀ ਅੱਖਾਂ 'ਚ ਰੜਕੂਗਾ। ਜੀ ਬਿਲਕੁਲ ਜੀ। ਹਕੂਮਤਾਂ ਦੇ ਬਰਖਲਾਫ ਸਿੱਖ ਕੌਮ ਨੇ ਜੰਗ ਕੀਤੇ, ਜੀ ਸਾਡੀ ਹਿਸਟਰੀ ਦੱਸਦੀ ਆ। ਜੀ ਤੇ ਮੁਗਲ ਕੌਮ ਇੱਕ ਜ਼ਾਲਮ ਕੌਮ ਸੀ, ਜੀ ਇਹ ਵੀ ਸਾਡੀ ਹਿਸਟਰੀ ਦੱਸਦੀ ਆ। ਜੀ ਤੇ ਉਹਨਾਂ ਦੇ ਵਿਰੁੱਧ ਅਗਰ ਜੰਗੀ ਹੋ ਕੇ ਖਾਲਸੇ ਨੇ ਜੰਗ ਕੀਤੇ, ਲੜਾਈਆਂ ਕੀਤੀਆਂ, ਸਿੱਖ ਕੌਮ ਨੇ ਲੜਾਈਆਂ ਕੀਤੀਆਂ, ਬਿਲਕੁਲ ਬਿਲਕੁਲ। ਤਾਂ ਉਹ ਇੱਕ ਉਹਨਾਂ ਦੇ ਮੁਤਾਬਕ ਉਹ ਸੋਚਦੇ ਸੀ ਕਿ ਅਸੀਂ ਸਹੀ ਹਾਂ, ਜਦ ਕਿ ਆਲ ਮਤਲਬ ਕਲੀਅਰ ਸੀ ਕਿ ਉਹ ਜ਼ੁਲਮ ਉਹਨਾਂ ਦਾ ਸਿਖਰ ਛੂਹ ਰਿਹਾ ਸੀ। ਜੀ ਤੇ ਇੱਕ ਜ਼ੁਲਮ ਦੇ ਖਿਲਾਫ ਬਗਾਵਤ ਕਰ ਦੇਣੀ, ਬਾਗੀ ਹੋ ਜਾਣਾ। ਜੀ ਸੋ ਇਹਨੂੰ ਆਪਾਂ ਕਿਵੇਂ ਕਹਿ ਸਕਦੇ ਹਾਂ ਕਿ ਉਹ ਕ੍ਰਿਮੀਨਲ ਸੀਗੇ। ਜੀ ਸਿੱਖ ਕੌਮ ਨੇ ਜੋ ਸਾਡੀ ਹਿਸਟਰੀ ਦੱਸਦੀ ਆ ਕਿ ਕੁਰਬਾਨੀਆਂ ਭਰਿਆ ਇਤਿਹਾਸ ਹੈਗਾ ਵਾ। ਜੀ ਬਿਲਕੁਲ ਜੀ। ਹਕੂਮਤਾਂ ਦੀਆਂ ਅੱਖਾਂ ਵਿੱਚ ਬਹੁਤ ਜ਼ਿਆਦਾ ਰੜਕੀ ਹੈ ਸਿੱਖ ਕੌਮ, ਜੀ ਤੇ ਬਾਗੀ ਤਾਂ ਸਿੱਖ ਕੌਮ ਨੂੰ ਵੀ ਮੁੱਢ ਤੋਂ ਕਿਹਾ ਜਾਂਦਾ ਰਿਹਾ। ਜੀ ਪਰ ਤਰਾਸਦੀ ਸਾਡੀ ਇਹ ਆ ਕਿ ਸ਼ਹੀਦ ਭਗਤ ਸਿੰਘ ਦੇ ਹਿਸਟਰੀ ਨੂੰ, ਉਹਨਾਂ ਦੇ ਫਲਸਫੇ ਨੂੰ ਅਸੀਂ ਨੇੜਿਓਂ ਹੋ ਕੇ ਜਾਣਿਆ ਹੀ ਨਹੀਂ ਸਾਡੀ ਲੀਡਰਸ਼ਿਪ ਨੇ। ਜੀ ਸੋ ਇਹਦੇ ਨਾਲ ਬਹੁਤ ਸਾਰੀ ਸਾਡੀ ਜਿਹੜੀ ਕਮਿਊਨਿਟੀ ਹੈਗੀ ਆ, ਜੀ ਪੜ੍ਹੇ ਲਿਖੇ ਯੂਥ ਵੀ, ਜੀ ਜਾਂ ਜਿੱਥੇ ਬਹੁਤ ਸਾਰੇ ਸਿੱਖ ਨੌਜਵਾਨ ਵੀ, ਜੀ ਜਾਂ ਆਲ ਰਿਲੀਜਨਸ ਤੋਂ ਬਾਹਰੋਂ ਕਿ ਆਪਾਂ ਗੱਲ ਕਰੀਏ, ਸਾਰਿਆਂ ਦੇ ਹੀ ਮਨਾਂ ਨੂੰ ਠੇਸ ਪਹੁੰਚੀ ਆ। ਜੀ ਮੇਰੇ ਮੁਤਾਬਕ ਨਹੀਂ ਹੈਗਾ ਕਿ ਜਾਇਜ਼ ਹੈਗਾ ਕਿ ਉਹਨਾਂ ਨੂੰ ਅੱਤਵਾਦੀ ਕਹਿਣਾ ਚਾਹੀਦਾ ਸੀ। ਤੁਹਾਡੇ ਸਾਹਮਣੇ ਜਿਹੜਾ ਮਾਨ ਸਾਹਿਬ ਨੇ ਕਿਹਾ ਉਹ ਗਲਤ ਬਿਆਨ ਦਿੱਤਾ ਗਿਆ। ਦੇਖੋ, ਉਹ ਕਹਿੰਦੇ ਵੀ ਇੱਕ ਤਾਂ ਅੱਜ ਕੱਲ੍ਹ ਇਹ ਵਿਵਾਦ ਦੇ ਵਿੱਚ ਚੱਲ ਰਿਹਾ ਕਿ ਡਾਕੂਮੈਂਟਸ ਦੇ ਵਿੱਚ, ਕਾਗਜ਼ਾਤ ਦੇ ਵਿੱਚ ਜੀ ਹੈਗੇ ਨੇ ਉਹ, ਚਲੋ ਠੀਕ ਆ, ਜੀ। ਉਹ ਸਾਡੀ ਨਲਾਇਕੀ ਆ, ਜੀ ਉਹ ਸਾਡੇ ਸ਼ਹੀਦਾਂ ਦਾ ਦੋਸ਼ ਥੋੜੀ ਆ। ਜੀ ਉਹ ਹਕੂਮਤ ਦੀ ਨਲਾਇਕੀ ਆ ਕਿ ਇਹਨੇ ਸਾਡੇ ਜਿਹੜੇ ਉਹ ਹੀਰੋਜ਼ ਨੇ, ਜਿਹੜੇ ਸਾਡੇ ਪ੍ਰੇਰਨਾ ਸਰੋਤ ਨੇ, ਜੀ ਅੱਜ ਦਾ ਬਹੁਤ ਗਿਣਤੀ ਨੌਜਵਾਨ ਵਰਗ ਜੀ। ਅਗਰ ਮਤਲਬ ਕੋਈ ਅੰਮ੍ਰਿਤ ਨਹੀਂ ਛਕਦੇ ਜਾਂ ਧਰਮ ਨਾਲ ਜੀ, ਨਹੀਂ ਜੁੜਦੇ, ਤਾਂ ਕਿਤੇ ਨਾ ਕਿਤੇ ਉਹਨਾਂ ਲਈ ਕੁਛ ਨਾ ਕੁਛ ਯੂਥ ਲਈ ਸ਼ਹੀਦ ਭਗਤ ਸਿੰਘ ਵੀ ਉਹਨਾਂ ਲਈ ਉਹ ਹੈਗਾ ਵਾ ਪ੍ਰੇਰਨਾ ਸਰੋਤ। ਉਹ ਨਸ਼ੇ ਨਹੀਂ ਕਰਦੇ। ਜੀ ਸ਼ਹੀਦ ਭਗਤ ਸਿੰਘ ਨੇ ਨਸ਼ਾ ਰਹਿਤ ਜੀਵਨ ਜਿਉਂ ਕੇ ਜੀ। ਇੱਕ ਮਿਸਾਲੀ ਜੀਵਨ ਦੀ ਮਤਲਬ 23 ਸਾਲ ਦੀ ਉਮਰ ਵਿੱਚ ਉਹ ਫਾਂਸੀ ਚੜ੍ਹ ਗਏ। ਜੀ ਜੇਕਰ ਸਤਨਾਮ ਸਿੰਘ ਧਾਲੀਵਾਲ ਆਪਾਂ ਤੁਹਾਡੇ ਨਾਲ ਗੱਲ ਕਰੀਏ, ਸਭ ਤੋਂ ਪਹਿਲਾ ਸਵਾਲ ਕਰੀਏ, ਸਿਮਰਜੀਤ ਦੇ ਮਾਨ ਜਿਹੜਾ ਨਾਨਾ ਸੀਗਾ ਰੂੜ ਸਿੰਘ, ਜਿਨ੍ਹਾਂ ਨੇ ਜਰਨਲ ਡਾਇਰ ਨੂੰ ਸਰੋਪਾ ਪਾਇਆ ਸੀ, ਬਲਕਿ ਜਰਨਲ ਡਾਇਰ ਉਹ ਸੀ ਜਿਨ੍ਹਾਂ ਨੇ ਜ਼ਿਲ੍ਹਿਆਂਵਾਲੇ ਬਾਗ ਦੇ ਵਿੱਚ ਗੋਲੀ ਵੀ ਚਲਾਈ ਸੀ। ਉਸ ਕਹਾਣੀ ਨੂੰ ਕਿਵੇਂ ਵੇਖਦੇ ਹੋ? ਦੇਖੋ, ਜਲਿਆਂਵਾਲੇ ਬਾਗ ਦੇ ਵਿੱਚ ਗੋਲੀ ਚਲਾਉਣ ਵਾਲੇ ਜਨਰਲ ਡਾਇਰ ਨੂੰ ਸਰੋਪਾ ਪਾਉਣਾ ਬਹੁਤ ਗਲਤ ਸੀਗਾ। ਜੀ ਉਸ ਨੂੰ ਕਵਰ ਨਹੀਂ ਕੀਤਾ ਜਾਣਾ ਚਾਹੀਦਾ। ਐਗਜ਼ਾਮਪਲ ਦੇ ਕੇ ਮਾਨ ਸਾਹਿਬ ਵੱਲੋਂ, ਮਾਨ ਸਾਹਿਬ ਇੱਕ ਸੁਲਝੇ ਹੋਏ ਕੀ ਕਹਿੰਦੇ ਵੀ ਮੈਂਬਰ ਪਾਰਲੀਮੈਂਟ ਆ, ਮਤਲਬ ਪੁਲਿਸ ਅਫਸਰ ਵੀ ਸੀਨੀਅਰ ਰਹੇ ਨੇ, ਉਹਨਾਂ ਨੂੰ ਇਹ ਕਲੈਰੀਫਾਈ ਕਰਨਾ ਗਲਤ ਆ ਵੀ ਉਹ ਬੰਬ ਜਿਹੜਾ ਵਾ ਉੱਥੇ ਸੁੱਟ ਸਕਦਾ ਸੀ, ਉਹਨੂੰ ਠੰਡੇ ਕਰਨ ਦੇ ਵਾਸਤੇ ਜਿਹੜਾ ਸਰੋਪਾ ਪੈ ਗਿਆ, ਉਹ ਗੱਲ ਗਲਤ ਆ। ਉਹ ਤੇ ਸਾਡਾ ਦੋਸ਼ੀ ਆ ਜਿਨ੍ਹਾਂ ਨੇ ਨਜਾਇਜ਼ ਸਾਡੇ ਜਿਹੜੇ ਸੰਘਰਸ਼ ਕਰ ਰਹੇ ਜਿਹੜੇ ਸੀਗੇ ਸੰਘਰਸ਼ੀ, ਉਹਨਾਂ ਦੇ ਗੋਲੀ ਚਲਾਈ। ਤੁਹਾਡੀ ਗੱਲ ਮਾਫੀ ਚਾਹੁੰਦਾ ਧਾਲੀਵਾਲ ਸਾਹਿਬ ਬੈਠਾ, ਪਹਿਲਾਂ ਤੁਸੀਂ ਇਹ ਗੱਲ ਕਹੀ ਸੀ ਕਿ ਸਿਮਰਜੀਤ ਮਾਨ ਨੇ ਬਿਲਕੁਲ ਸਹੀ ਕਿਹਾ। ਮੈਂ ਜਿਹੜੇ ਅੱਤਵਾਦੀ ਕਹਿਣ ਦੀ ਗੱਲ ਕੀਤੀ ਆ, ਜੀ, ਬਿਲਕੁਲ, ਉਹ ਬਿਲਕੁਲ। ਰਿਕਾਰਡ ਮੁਤਾਬਕ ਸਹੀ ਆ। ਅਸੀਂ ਮੰਨਦੇ ਆ ਵੀ ਉਹ ਸ਼ਹੀਦ ਨੇ। ਅਸੀਂ ਕਹਿੰਦੇ ਆ ਵੀ ਜਿੰਨੇ ਵੀ ਜਿਹੜੇ ਯੋਧੇ ਸੀ ਜਿਨ੍ਹਾਂ ਨੇ ਮਤਲਬ ਜਿਹੜਾ ਆਜ਼ਾਦੀ ਦਾ ਸੰਘਰਸ਼ ਸੀ ਉਹਦੇ 'ਚ ਯੋਗਦਾਨ ਪਾਇਆ, ਜੀ। ਸਾਰਿਆਂ ਨੂੰ ਹੀ ਸਰਕਾਰ ਨੂੰ ਹੁਣ ਤੱਕ ਮਾਨਤਾ ਦੇ ਦੇਣੀ ਚਾਹੀਦੀ ਸੀ ਵੀ ਉਹ ਸਾਡੇ ਸ਼ਹੀਦ ਨੇ। ਜੀ ਇਹ ਕੱਲ੍ਹ ਹੀ ਖਤਮ ਹੋ ਜਾਂਦੀ ਵੀ ਮਤਲਬ ਰਿਕਾਰਡ ਦੇ ਵਿੱਚ ਉਹਨਾਂ ਨੂੰ ਅੱਤਵਾਦੀ ਜੀ ਦਿਖਾਇਆ ਹੁਣ ਉਸੇ ਗਿਆ। ਗੱਲ ਤੇ ਆਪਾਂ ਸ਼ੁਰੂ ਕਰਦੇ ਸਰੋਪੇ ਵਾਲੀ ਗੱਲ ਤੇ। ਸਰੋਪਾ ਪਾਉਣਾ ਤੁਸੀਂ ਕਹਿ ਰਹੇ ਹੋ ਗਲਤ ਹੈ, ਤੇ ਭਗਤ ਸਿੰਘ ਨੂੰ ਅੱਤਵਾਦੀ ਕਹਿਣਾ ਠੀਕ ਨਹੀਂ, ਕਹਿ ਰਹੇ ਹੋ। ਹੁਣ ਜੇ ਰਿਕਾਰਡ ਦੇ ਵਿੱਚ ਲਿਖਿਆ, ਜੇ ਜੀ। ਚਿੱਠੀ ਤੁਹਾਡੇ ਗਾੜੀ ਰੱਖ ਦਿੱਤੀ ਜਾਏ, ਉਹਨੂੰ ਤੁਸੀਂ ਕੀ ਪੜ੍ਹੋਗੇ? ਜੀ ਉਸ ਦੇਸ਼ ਦਾ ਸ਼ਹੀਦ ਆ, ਮਤਲਬ ਉਹ ਕਿ ਜਿੰਨਿਆਂ ਨੇ ਵੀ ਯੋਗਦਾਨ ਪਾਇਆ ਦੇਸ਼ ਮਤਲਬ ਆਜ਼ਾਦੀ ਦੀ ਲੜਾਈ 'ਚ, ਉਹ ਸਾਰੇ ਸ਼ਹੀਦ ਨੇ। ਜੀ ਪਰ ਜੇ ਰਿਕਾਰਡ ਮੁਤਾਬਕ ਲਾਈ ਗਏ ਤੇ ਉਹ ਅੱਤਵਾਦੀ ਨੇ। ਉਹ ਨਹੀਂ ਹੋਣੇ ਚਾਹੀਦੇ। 70 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਸਾਨੂੰ ਆਜ਼ਾਦ ਹੋਇਆ। ਜੇ ਹੁਣ ਤੱਕ ਤੁਸੀਂ ਦੇਖੋ ਰਾਣਾ ਜੀ, 13 ਮੈਂਬਰ ਪਾਰਲੀਮੈਂਟ ਅਸੀਂ ਇੱਥੋਂ ਜਿਤਾ ਕੇ ਭੇਜਦੇ ਹਾਂ। ਬਿਲਕੁਲ ਬਿਲਕੁਲ ਰਾਈਟ। ਅੱਛਾ,
ਰਾਜ ਸਭਾ ਦੇ ਮੈਂਬਰ ਵੀ ਨੇ, ਕਿਸੇ ਨੇ ਅਜੇ ਤੱਕ ਆਵਾਜ਼ ਉਠਾਈ ਵੀ ਇਹਨਾਂ ਨੂੰ ਮਾਨਤਾ ਦਿੱਤੀ ਜਾਵੇ। ਜੀ ਹੁਣ ਤੇ ਸਾਰੇ ਗੱਲਾਂ ਕਰਦੇ ਨੇ। ਸਰਦਾਰ ਭਗਵੰਤ ਸਿੰਘ ਮਾਨ ਜਿਹੜੇ ਸਾਡੇ ਮਤਲਬ ਮੁੱਖ ਮੰਤਰੀ ਨੇ, ਉਹਨਾਂ ਨੇ ਉਹ ਵੀ MP ਰਹੇ ਆ, ਉਹਨਾਂ ਆਵਾਜ਼ ਉਠਾਈ ਵੀ ਇਹਨਾਂ ਨੂੰ ਮਾਨਤਾ ਦਿੱਤੀ ਜਾਵੇ। ਜੀ ਉਹਨਾਂ ਦੇ ਸਮੇਂ ਦੌਰਾਨ ਵੀ ਕੀ ਸੰਘਰਸ਼ ਨਹੀਂ ਹੋ ਰਿਹਾ ਵੀ ਭਗਤ ਸਿੰਘ ਤੇ ਰਾਜਗੁਰੂ ਤੇ ਸੁਖਦੇਵ ਨੂੰ ਜਿਹੜੀ ਆ ਉਹ ਮਾਨਤਾ ਦਿੱਤੀ ਜਾਣੀ ਚਾਹੀਦੀ ਹੈ। ਜੀ ਜੇਕਰ ਆਪਾਂ ਤੁਹਾਡੇ ਨਾਲ ਭਾਜੀ ਗੱਲ ਕਰੀ ਦੱਸੋ ਭਾਜੀ ਕਿ ਜਿਹੜਾ ਸਰੋਪੇ ਦੀ ਗੱਲ ਕਰਦੇ ਆਪਾਂ, ਸਰੋਪਾ ਧਾਲੀਵਾਲ ਸਾਹਿਬ ਨੇ ਕਿਹਾ ਕਿ ਸਰੋਪਾ ਪਾਉਣਾ ਇੱਕ ਬੜੇ ਗਲਤ ਚੱਲ ਕੇ ਜਨਰਲ ਡਾਇਰ ਨੇ ਜਲ੍ਹਿਆਂਵਾਲੇ ਬਾਗ ਦੇ ਵਿੱਚ ਗੋਲੀ ਚਲਾਈ ਸੀ, ਉਹਨਾਂ ਨੇ ਜਲ੍ਹਿਆਂਵਾਲੇ ਬਾਗ ਦੇ ਵਿੱਚ, ਤੇ ਜਿਹੜੇ ਉਹਨਾਂ ਦੇ ਨਾਨਾ ਸੀ ਰੂੜ ਸਿੰਘ ਸਿਮਰਜੀਤ ਮਾਨ ਨੇ, ਉਹਨਾਂ ਨੇ ਸਰੋਪਾ ਪਾਇਆ ਸੀ। ਇਹ ਕਹਾਣੀ ਨੂੰ ਕਿਵੇਂ ਵੇਖਦੇ ਹੋ? ਦੇਖੋ ਪਹਿਲਾਂ ਤਾਂ ਆਪਾਂ ਮੈਂ ਉੱਥੋਂ ਹੀ ਫਿਰ ਗੱਲ ਸ਼ੁਰੂ ਕਰੂੰਗਾ। ਜੀ ਵਿਸਾਖੀ ਦਾ ਪਾਵਨ ਦਿਹਾੜਾ, ਖਾਲਸਾ ਸਾਜਨਾ ਦਿਵਸ। ਜੀ ਜਲਿਆਂਵਾਲੇ ਬਾਗ ਦੇ ਵਿੱਚ ਆਮ ਆਵਾਮ ਨੇ ਜੀ ਬਾਗੀ ਹੋ ਕੇ ਇੱਕ ਅੰਗਰੇਜ਼ ਕੌਮ ਦੇ ਜ਼ਬਰ ਜ਼ੁਲਮਾਂ ਦੇ ਖਿਲਾਫ ਜੋ ਤਕਰੀਰਾਂ ਕਰਨ ਦਾ ਦਿਨ ਚੁਣਿਆ, ਉਹ ਵਿਸਾਖੀ ਦਾ ਦਿਹਾੜਾ ਚੁਣਿਆ ਉਹਨਾਂ ਨੇ। ਵਿਸਾਖੀ ਵਾਲੇ ਦਿਨ ਉਹਨਾਂ ਨੇ ਉੱਥੇ ਭਾਰੀ ਇਕੱਤਰਤਾ ਕੀਤੀ। ਜੀ ਤੇ ਉਹ ਕੋਈ ਕ੍ਰਿਮੀਨਲ ਥੋੜੀ ਸੀਗੇ, ਉਹ ਇੱਕ ਤਕਰੀਰਾਂ ਕਰ ਰਹੇ ਸੀ, ਉਹ ਕੋਈ ਹਥਿਆਰਬੰਦ ਨਹੀਂ ਉਹ ਕਰ ਰਹੇ ਸੀਗੇ। ਜੀ ਇਸ ਤੋਂ ਬਾਅਦ ਗੁਲਾਮੀ ਦਾ ਅਹਿਸਾਸ ਕੀ ਹੋ ਸਕਦਾ ਸੀ ਸਾਡੇ ਕੰਟਰੀ ਲਈ, ਦੇਸ਼ ਲਈ, ਕਿ ਇੱਕ ਵਿਚਾਰਾਂ ਦੀ ਤੁਹਾਨੂੰ ਸਾਂਝ ਕਰਨ 'ਤੇ ਵੀ ਤੁਹਾਡੇ ਪਾਬੰਦੀ ਸੀ। ਜੀ ਅਗਰ ਤੁਸੀਂ ਕਿਸੇ ਦੇ ਅੰਗਰੇਜ਼ ਸਰਕਾਰ ਦੇ ਜ਼ਬਰ ਜ਼ੁਲਮ ਦੀ ਵਿਚਾਰ ਵੀ ਕਰਦੇ ਹੋ ਤਾਂ ਉੱਥੇ ਵੀ ਤੁਹਾਨੂੰ ਮਤਲਬ ਤੁਹਾਡੇ ਉੱਪਰ ਸ਼ੂਟ ਐਂਡ ਆਰਡਰ ਦਾ ਮਤਲਬ ਕਰ ਦਿੱਤਾ ਗਿਆ। ਜੀ ਤੇ ਉਹਦੇ ਵਿੱਚ ਬੜੀ ਬੁਰੀ ਤਰ੍ਹਾਂ ਨਾਲ ਹਜ਼ਾਰਾਂ ਦੀ ਗਿਣਤੀ ਵਿੱਚ ਬੱਚੇ, ਮਾਵਾਂ, ਬਜ਼ੁਰਗ, ਨੌਜਵਾਨ, ਇੱਕ ਉੱਥੇ ਖੂਹ ਹੈਗਾ ਵਾ ਜੀ, ਤੁਸੀਂ ਅੱਜ ਵੀ ਦੇਖ ਸਕਦੇ ਹੋ, ਉਹਨੂੰ ਲਾਲ ਖੂਹ ਦੇ ਨਾਮ ਨਾਲ ਜਾਣਿਆ ਜਾਂਦਾ। ਜੀ ਜਿਹੜੇ ਤਾਂ ਸਖਤ ਜਾਨ ਤੇ ਸਖਤ ਦਿਲ ਸੀਗੇ, ਚਲੋ ਉਹਨਾਂ ਨੇ ਗੋਲੀਆਂ ਖਾਧੀਆਂ ਛਾਤੀਆਂ ਉੱਪਰ, ਚਲੋ ਸ਼ਹੀਦ ਹੋਏ ਉੱਥੇ ਬਹੁਤ ਗਿਣਤੀ ਵਿੱਚ ਲੋਕ ਸਾਡੇ, ਬਹੁਤ ਗਿਣਤੀ ਲੋਕਾਂ ਨੇ ਤੇ ਜੋ ਕੁਛ ਨਰਮ ਦਿਲੀ ਸੀਗੇ ਉਹਨਾਂ ਕੁਛ ਬਹੁਤਿਆਂ ਨੇ ਖੂਹ ਦੇ ਵਿੱਚ ਵੀ ਛਾਲਾਂ ਮਾਰੀਆਂ। ਤੇ ਉਹ ਲਾਲ ਖੂਹ ਦੇ ਨਾਲ ਜਾਣਿਆ ਜਾਂਦਾ ਕਿਉਂਕਿ ਗੋਲੀਆਂ ਲੱਗੀਆਂ ਹੋਈਆਂ ਸੀ, ਉਹਨਾਂ ਦੇ ਬਲੱਡ ਦੇ ਕਾਰਨ ਬਲੀਡਿੰਗ ਜੋ ਸੀਗੀ, ਖੂਹ ਦਾ ਸਾਰਾ ਪਾਣੀ ਲਾਲ ਹੋ ਗਿਆ ਸੀ। ਜੀ ਸੋ ਇਸ ਤੋਂ ਵੱਡੀ ਜ਼ੁਲਮ ਦੀ ਕੀ ਦਾਸਤਾਨ ਹੋ ਸਕਦੀ ਸੀ ਕਿ ਇੱਕ ਸਿਰਫ ਵਿਚਾਰਾਂ ਦੀ ਸਾਂਝ, ਤਕਰੀਰ ਕਰਨ ਦੀ ਸਾਨੂੰ ਆਜ਼ਾਦੀ ਵੀ ਹੈ ਨਹੀਂ ਸੀ, ਤੇ ਉਹ ਵਿਚਾਰਾਂ ਦੀ ਸਾਂਝ ਕਰਨ 'ਤੇ ਵੀ ਗੋਲੀਆਂ ਨਾਲ ਸਾਡੇ ਮਤਲਬ ਲੋਕਾਂ ਨੂੰ ਭੁੰਨ ਕੇ ਰੱਖ ਦਿੱਤਾ। ਇੱਕ ਵਿਸਾਖੀ ਦਾ ਦਿਹਾੜਾ ਮੈਂ ਫਿਰ ਦੁਬਾਰਾ ਕਰੂੰਗਾ ਕਿ ਇਹਦਾ ਜ਼ਿਕਰ ਕਿ ਉਹਨਾਂ ਨੂੰ ਵਿਸਾਖੀ ਦੇ ਉੱਪਰ ਇੱਕ ਹੌਸਲਾ ਮਿਲਦਾ ਸੀ ਕਿ ਇਹ ਸਾਡੇ ਦਸਮ ਪਿਤਾ ਜੀ ਨੇ ਜ਼ੁਲਮ ਦੇ ਵਿਰੁੱਧ ਇਹ ਦਿਨ ਨਿਸ਼ਚਿਤ ਕੀਤਾ। ਉਸੇ ਦਿਨ ਹੀ ਉਹਨਾਂ ਨੇ ਉਹਨਾਂ ਦੇ ਜ਼ਬਰ ਜ਼ੁਲਮ ਦੇ ਖਿਲਾਫ ਉਹ ਦਿਨ ਦਾ ਚੁਣਾਵ ਕੀਤਾ। ਜੀ ਇੱਥੇ ਮੈਂ ਸਰੋਪੇ ਦੀ ਜੇ ਆਪਾਂ ਗੱਲ ਕਰੀਏ ਨਾ ਫਿਰ ਜੀ, ਤਾਂ ਉੱਥੇ ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹੂੰਗਾ ਜੀ ਵੀ ਮਾਨ ਸਾਹਿਬ ਨੇ ਇੱਕ ਗੱਲ ਕਹੀ ਆ ਵੀ ਉਹਦਾ ਗੁੱਸਾ ਠੰਡਾ ਕੀਤਾ। ਜੀ ਬਿਲਕੁਲ, ਜਨਰਲ ਡਾਇਰ ਦਾ ਨਾਲ ਉਹਨਾਂ ਨੇ ਵੀ ਕਿਹਾ ਵੀ ਇੰਦਰਾ ਗਾਂਧੀ ਦਾ ਵੀ ਗੁੱਸਾ ਠੰਡਾ ਕਰ ਲੈਣਾ ਚਾਹੀਦਾ, ਠੰਡਾ ਕਰ ਲੈਣਾ ਚਾਹੀਦਾ। ਬਿਲਕੁਲ ਸੋ ਇਹ ਬੜਾ ਉਹਨਾਂ ਨੇ ਸੈਂਸਿਟਿਵ ਜਿਹਾ ਇਸ਼ੂ ਛੇੜਤਾ ਜੀ, ਸੰਵੇਦਨਸ਼ੀਲ ਉਹਨਾਂ ਨੇ ਮੁੱਦਾ ਛੇੜਤਾ ਜੀ। ਇੰਦਰਾ ਗਾਂਧੀ ਦਾ ਗੁੱਸਾ ਠੰਡਾ ਕਰ ਦੇਣਾ ਚਾਹੀਦਾ ਸੀ, ਸਰੋਪਾ ਗਲ 'ਚ ਪਾ ਦੇਣਾ ਚਾਹੀਦਾ ਸੀ। ਅੱਜ ਜੋ ਹਾਲਾਤ ਨੇ ਜੀ, ਕੌਮ ਨੇ ਲੰਬੀ ਤਰਾਸਦੀ, ਹਰ ਪਾਸੋਂ ਭਰਾਵਾਂ ਨੇ ਭਰਾ ਮਾਰੇ ਜੀ, ਬਿਲਕੁਲ ਖੂਨ ਸਾਡਾ ਬੇਹੱਦ ਬੇਅੰਤ ਹਿਸਾਬ ਤੋਂ ਪਰੇ ਸਾਡਾ ਵਗਿਆ ਜੀ। ਬਿਲਕੁਲ ਐਸੇ ਹਾਲਾਤਾਂ ਵਿੱਚੋਂ ਗੁਜ਼ਰ ਕੇ ਅਗਰ ਅੱਜ ਇਹ ਗੱਲ ਕਹੀ ਜਾਂਦੀ ਆ ਕਿ ਸਰੋਪਾ ਪਾ ਕੇ ਉਹਦਾ ਗੁੱਸਾ ਠੰਡਾ ਕਰ ਲੈਣਾ ਚਾਹੀਦਾ ਸੀ, ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਸਾਡੇ ਜ਼ਖਮਾਂ ਨੂੰ ਇਹ ਦੁਬਾਰੇ ਖਦੇੜ ਉਹ ਕਰਨ ਵਾਲੀ ਗੱਲ ਆ, ਮਤਲਬ ਹਾਂ ਜੀ। ਬਾਕੀ ਗੱਲ ਮੈਂ ਤੇ ਇੱਕ ਹੋਰ ਕਰੂੰਗਾ ਜੀ, ਅੰਮ੍ਰਿਤਸਰ ਸ਼ਹਿਰ ਦੀ ਇੱਕ ਜੀ ਗਲੀ ਦੇ ਵਿੱਚ ਇਤਿਹਾਸ ਬੋਲਦਾ ਜੀ ਕਿ ਇੱਕ ਅੰਗਰੇਜ਼ ਗੋਰੇ ਅਫਸਰ ਵੱਲੋਂ ਪਾਬੰਦੀ ਲਾ ਦਿੱਤੀ ਗਈ ਕਿ ਇਸ ਰਾਸਤੇ ਤੋਂ ਜਿਹੜਾ ਵੀ ਲੰਘੂਗਾ ਗੁਜ਼ਰੂਗਾ ਜੀ, ਉਹ ਲਿਟ ਕੇ ਰੋੜ ਕੇ ਗੁਜ਼ਰੂਗਾ, ਲੰਘੂਗਾ ਜੀ, ਤੁਰ ਕੇ ਪੈਦਲ ਬਿਲਕੁਲ ਨਹੀਂ ਜਾਊਗਾ ਜੀ। ਇੱਦਾਂ ਲੋਕ ਕਰ ਵੀ ਰਹੇ ਸੀ ਜੀ, ਗੁਲਾਮੀ ਜਿਨ੍ਹਾਂ ਨੇ ਕਬੂਲ ਕੀਤੀ ਹੋਈ ਸੀ, ਲੋਕ ਸਾਡੇ ਲਿਟ ਕੇ ਰੋੜ ਕੇ ਉਹਨੂੰ ਪਾਸ ਕਰ ਰਹੇ ਸੀ ਉਹ ਬਿਲਕੁਲ ਜੀ ਰਾਸਤੇ ਨੂੰ। ਬਿਲਕੁਲ ਉੱਥੇ ਇੱਕ ਕੁਦਰਤੀ ਘਟਨਾ ਕੀ ਹੋ ਗਈ, ਇੱਕ ਪ੍ਰੈਗਨੈਂਟ ਲੇਡੀ ਆ ਗਈ ਜੀ। ਹੁਣ ਜਦੋਂ ਪ੍ਰੈਗਨੈਂਟ ਲੇਡੀ ਆ ਗਈ ਤਾਂ ਉਹ ਅੰਗਰੇਜ਼ ਗੋਰਾ ਜੋ ਹੰਕਾਰਿਆ ਹੋਇਆ ਸੀ, ਕਿਉਂਕਿ ਗੁਲਾਮੀ ਦੇ ਤਹਿਤ ਉਹ ਸਾਨੂੰ ਪੈਰਾਂ ਦੀ ਮਿੱਟੀ ਧੂੜ ਜਾਂ ਕੀੜੇ ਮਕੌੜੇ ਸਮਝਦੇ ਸੀ। ਬਿਲਕੁਲ ਰਾਈਟ ਹਾਂਜੀ। ਤੇ ਉਹਨੇ ਉੱਥੇ ਕਿਹਾ ਕਿ ਮਤਲਬ ਉੱਥੇ ਆਮ ਲੋਕਾਂ ਨੇ ਉਹਨੂੰ ਬੇਨਤੀ ਕੀਤੀ ਕਿ ਉਸ ਅੰਗਰੇਜ਼ ਗੋਰੇ ਅਫਸਰ ਨੂੰ ਕਿ ਤੂੰ ਇਹਨੂੰ ਪੈਦਲ ਜਾ ਲੈਣ ਦੇ ਜੀ, ਇਹਦੇ 'ਤੇ ਨਾ ਜ਼ੁਲਮ ਗੁਜ਼ਾਰ।
ਪਰ ਉਹ ਹੰਕਾਰੇ ਹੋਏ ਨੇ। ਉਹ ਕਹਿੰਦਾ ਵੀ ਨਹੀਂ, ਜਿੱਥੇ ਆਮ ਸਾਰੇ ਲੋਕ ਪੈਦਲ ਲਟ ਕੇ ਰੋੜ ਕੇ ਜਾਂਦੇ ਨੇ, ਇਹ ਲੇਡੀ ਵੀ ਇਸੇ ਤਰ੍ਹਾਂ ਜਾਊਗੀ, ਔਰਤ ਵੀ। ਜੀ। ਸੋ ਉੱਥੇ ਸ਼ਹੀਦ ਮਹਾਨ ਸਾਡੇ ਕੌਮ ਦੇ ਸ਼ਹੀਦ ਊਧਮ ਸਿੰਘ ਜੀ ਉੱਥੇ ਮੌਕੇ ਤੇ ਹਾਜ਼ਰ ਸੀ ਜੀ। ਉਹਨਾਂ ਨੇ ਉਹ ਗੋਰੇ ਨੂੰ ਕਿਹਾ ਜੀ ਕਿ ਤੂੰ ਇਸ ਔਰਤ ਨੂੰ, ਇਹ ਬੀਬੀ ਨੂੰ ਗੁਜ਼ਰ ਲੈਣ ਦੇ, ਤੇ ਮੈਂ ਜੋ ਤੇਰੀ ਸਜ਼ਾ ਹੈਗੀ ਹੈ ਮੈਂ 2 ਵਾਰ ਭੁਗਤਣ ਨੂੰ ਤਿਆਰ ਹਾਂ। ਜੀ। ਇੱਕ ਵਾਰ ਕਿ ਮੈਂ ਲਟ ਕੇ ਰੁੜ ਕੇ ਉੱਧਰ ਜਾਊਂ, ਦੂਸਰੀ ਵਾਰ ਇੱਧਰ ਆ ਜਾਊਂ, ਵੀ ਮਤਲਬ 2 ਵਾਰੀ ਦੁੱਗਣੀ ਸਜ਼ਾ ਮੈਨੂੰ ਲਾ ਦੇ, ਪਰ ਇਹਨਾਂ ਨੂੰ ਇਸ ਨੂੰ ਲੰਘ ਲੈਣ ਦੇ ਇਸ ਬੀਬੀ ਨੂੰ। ਬਿਲਕੁਲ ਜੀ। ਪਰ ਉਹ ਨਹੀਂ ਮੰਨਿਆ, ਹੰਕਾਰਿਆ ਹੋਇਆ, ਕਹਿੰਦਾ ਵੀ ਇਹ ਰੁੜ ਕੇ ਹੀ ਜਾਊਗੀ, ਲਟ ਕੇ ਜਾਊਗੀ। ਜੀ। ਜਦੋਂ ਆਖਰਕਾਰ ਉਹਦੀ ਹੰਕਾਰ ਦੀ ਆਪਣੀ ਹੱਦ ਟੱਪ ਰਿਹਾ ਸੀ ਉਹ, ਜੀ, ਤਾਂ ਉੱਥੇ ਯੋਧੇ ਸਾਡੀ ਕੌਮ ਦੇ ਮਹਾਨ ਯੋਧੇ ਸ਼ਹੀਦ ਊਧਮ ਸਿੰਘ ਨੇ ਉਹਨੂੰ ਘੋੜੇ ਤੋਂ ਗਲ ਤੋਂ ਫੜ ਕੇ ਥੱਲੇ ਸੱਟ ਲਿਆ। ਜੀ। ਤੇ ਉਹਦੇ ਜੁੱਤੀ ਫੇਰੀ। ਜੀ। ਛਿੱਤਰ ਫੇਰਿਆ ਉਹਦੇ ਚੰਗੀ ਤਰ੍ਹਾਂ ਅੰਗਰੇਜ਼ ਗੋਰੇ ਦੇ। ਜੀ। ਜਿਹਦੇ ਦੌਰਾਨ ਫਿਰ ਭਾਰੀ ਤਾਦਾਦ ਵਿੱਚ ਗੋਰਿਆਂ ਨੇ ਇਕੱਠੇ ਹੋ ਕੇ ਇਹਨੂੰ ਅਰੈਸਟ ਕਰ ਲਿਆ ਸ਼ਹੀਦ ਊਧਮ ਸਿੰਘ ਨੂੰ। ਹਵਾਲਾਤ 'ਚ ਜੀ। ਇਹਨਾਂ ਨੇ ਰਾਤ ਵੀ ਕੱਟੀ ਤੇ ਭਾਰੀ ਤਸ਼ੱਦਦ ਵੀ ਇਹਨਾਂ ਨੂੰ ਝੱਲਣਾ ਪਿਆ। ਜੀ। ਮਤਲਬ ਮਾਨ ਸਾਹਿਬ ਦੇ ਬਿਆਨ ਤੇ ਮੈਂ ਗੱਲ ਕਰੂੰਗਾ ਕਿ ਮਾਨ ਸਾਹਿਬ ਕਹਿੰਦੇ ਆ ਵੀ ਗੁੱਸਾ ਠੰਡਾ ਸਰੋਪਾ ਪਾ ਕੇ ਕਰ ਲੈਣਾ ਚਾਹੀਦਾ। ਜੀ। ਤੇ ਕੀ ਉਹ ਜਿਹੜਾ ਗੋਰਾ ਸਾਡੀਆਂ ਪ੍ਰੈਗਨੈਂਟ ਗਰਭਵਤੀ ਲੇਡੀਜ਼ ਨੂੰ ਜੀ। ਕਹਿੰਦਾ ਸੀ ਕਿ ਮਤਲਬ ਤੁਸੀਂ ਲਟ ਕੇ ਰੋੜ ਕੇ ਲੰਘੋ, ਕੀ ਉਹਨੂੰ ਵੀ ਸਰੋਪਾ ਪਾਉਣਾ ਚਾਹੀਦਾ ਸੀ? ਜੀ। ਇਹ ਬੜਾ ਬੇਤੁਕਾ ਜਿਹਾ ਹੈਗਾ ਜੀ। ਮਤਲਬ ਦਾਸ ਨਹੀਂ ਇਹਦੇ ਨਾਲ ਸਹਿਮਤ ਹੈਗਾ ਜੀ। ਧੰਨਵਾਦ ਸਾਹਿਬ, ਕੀ ਕਹਿਣਾ ਚਾਹੁੰਦੇ ਤੁਸੀਂ? ਦੇਖੋ ਰਾਣਾ ਜੀ, ਆਪਣੇ ਜਿਹੜੇ ਸਰਦਾਰ ਸਿਮਰਜੀਤ ਸਿੰਘ ਮਾਨ ਨੇ ਐਮਪੀ ਸਾਹਿਬ ਜੀ, ਇਹ ਤੇ ਇਸੇ ਕਰਕੇ ਤੇ ਇਹ ਕਹਿੰਦੇ ਆ ਕਿ ਇੰਦਰਾ ਗਾਂਧੀ ਨੇ ਜੇ ਸਾਡਾ ਅਕਾਲ ਤਖਤ ਸਾਹਿਬ ਢਾਤਾ ਸੀਗਾ ਜੀ, ਤੇ ਹੁਣ ਰਾਹੁਲ ਗਾਂਧੀ ਦਾ ਕੋਈ ਕਸੂਰ ਨਹੀਂ। ਤੇ ਕੱਲ ਨੂੰ ਮੈਨੂੰ ਕੋਈ ਨਾ ਕਵੇ ਵੀ ਮੈਂ ਵੀ ਨਾਨੇ ਦਾ ਉਸੇ ਰੂਲ ਸਿੰਘ ਦਾ ਦੋਤਾ ਜੀ, ਵੀ ਜੇ ਉਹਨੇ ਸਰੋਪਾ ਪਾਤਾ ਸੀ ਤੇ ਮਤਲਬ ਉਹ ਵੀ ਠੀਕ ਸੀ। ਜੀ। ਆਪਾਂ ਤੁਹਾਨੂੰ ਇੱਕ ਸਵਾਲ ਕਰੀਏ, ਜੇਕਰ ਇੱਕ ਵੀਡੀਓ ਵਾਇਰਲ ਹੋ ਰਹੀ ਜਿਸ ਦੇ ਵਿੱਚ ਸਿਮਰਜੀਤ ਸਿੰਘ ਮਾਨ ਗਲਤ ਇਸ਼ਾਰੇ ਕਰ ਰਿਹਾ, ਤੁਹਾਨੂੰ ਪਤਾ ਵੀ ਕਾਨੂੰਨ ਦੇ ਵਿੱਚ ਗਲਤ ਇਸ਼ਾਰੇ ਕਰਨ ਦਾ ਮੁਕੱਦਮਾ ਦਰਜ ਹੈ। ਦੇਖੋ ਕੋਈ ਕੰਪਲੇਂਟ ਕਰਦਾ ਤੇ ਪਰਚਾ ਹੋ ਸਕਦਾ ਸੀ, ਕਿਉਂਕਿ ਇਦਾਂ ਦਾ ਇਸ਼ਾਰਾ ਬਣਦਾ ਨਹੀਂ। ਬਲਕਿ ਤੁਹਾਨੂੰ ਇੱਕ ਹੋਰ ਪਬਲਿਕ ਗੱਲ ਦੇ ਵਿੱਚ ਦੱਸਦਾ ਜਾਂ ਪਬਲਿਕ ਛੱਡ ਕੇ ਲਾਂਭੇ ਵੀ ਨਹੀਂ ਬਣਦਾ ਜੇ ਕੋਈ ਇਸ਼ਾਰਾ ਕਰਦਾ। ਜੇਕਰ ਆਪਾਂ ਉਸੇ ਗੱਲ ਦੀ ਗੱਲ ਕਰੀਏ ਤਾਂ ਇਸ਼ਾਰੇ ਦੇ ਨਾਲ ਇੱਕ ਜਕਾਰਾ ਬੋਲਿਆ ਜਾਂਦਾ, ਬੋਲੇ ਸੋ ਨਿਹਾਲ, ਜੋ ਸਿੱਖਾਂ ਦਾ ਚੜ੍ਹਦੀ ਕਲਾ ਦਾ ਜਕਾਰਾ ਵਾ। ਦੇਖੋ ਉਹ ਵੀ ਬੋਲਿਆ ਗਿਆ ਨਾਲ। ਸ਼ਾਇਦ ਜਿਹੜੇ ਗਾੜੀ ਸਰੋਤੇ ਸੀਗੇ ਉਹਨਾਂ ਦਾ ਧਿਆਨ ਇਸ਼ਾਰੇ ਵੱਲ ਨਾ ਹੋਵੇ, ਸਿਰਫ ਜਿੱਦਾਂ ਜੈ ਜੈਕਾਰ ਕਰਨ ਵਾਲੀ ਹੋਵੇ, ਕਿ ਜੋ ਮਾਨ ਸਾਹਿਬ ਕਹਿੰਦੇ ਸਹੀ ਆ ਜੀ, ਪਰ ਗਲਤ ਹੈ ਗੱਲ। ਜੀ। ਦੱਸੋ ਜੀ, ਜੇਕਰ ਗੱਲ ਕਰੀਏ, ਭਗਤ ਸਿੰਘ ਨੇ ਮਾਰਨਾ ਤਾਂ ਸੌਂਕਟ ਨੂੰ ਸੀ, ਤੇ ਮਾਰ ਤਾਂ ਉਹਨਾਂ ਨੇ ਸਾਂਡਰਸ ਨੂੰ ਮਾਰਤਾ ਸੀ, ਬਲਕਿ ਮਾਰਨ ਦਾ ਪਲਾਨ ਉਹਨਾਂ ਨੂੰ ਬਣਾਇਆ ਸੀ। ਕਿਉਂ ਮਾਰੇ ਗਏ? ਕਿਉਂਕਿ ਸਿਮਰਜੀਤ ਮਾਨ ਇਸ ਵਿਵਾਦ ਨੂੰ ਵੀ ਲੈ ਕੇ, ਦੇਖੋ ਸਕਾਟ ਨੂੰ ਮਾਰਨਾ ਸੀ ਉਹਨਾਂ ਨੇ। ਬਿਲਕੁਲ ਸਕਾਟ ਨੂੰ ਮਾਰਨਾ ਸਕਾਟ ਸੀ ਆਇਆ ਨਹੀਂ ਜੀ। ਸਾਂਡਰਸ ਆ ਗਿਆ ਸੀ, ਜੀ। ਸਾਂਡਰਸ ਨੂੰ ਮਾਰਤਾ ਸੀ ਜੀ। ਇਹਦੇ ਪਿੱਛੇ ਆਪਾਂ ਮੁੱਢ ਤੋਂ ਦੇਖੀਏ ਨਾ, ਇੱਕ 8 ਸਾਲ ਦੇ ਬੱਚੇ ਦੀ ਮਾਨਸਿਕਤਾ ਤੋਂ ਜੀ। ਇਹ ਆਰੰਭਤਾ ਹੁੰਦੀ ਹੈ ਇਸ ਗੱਲ ਦੀ। ਜੀ। ਜਦੋਂ ਸ਼ਹੀਦ ਭਗਤ ਸਿੰਘ ਦੀ ਉਮਰ ਇੱਕ 8 ਜਾਂ 9 ਸਾਲ ਦੀ ਸੀ, ਜੀ। ਛੋਟੀ ਉਮਰ ਦੇ ਵਿੱਚ ਅੰਗਰੇਜ਼ ਗੋਰੀ ਸਰਕਾਰ ਦੇ ਬਰਖਲਾਫ ਜੀ। ਉਹਨਾਂ ਦੇ ਮਨ ਦੇ ਵਿੱਚ ਇੰਨਾ ਗੁੱਸਾ ਭਰਿਆ ਜਾ ਚੁੱਕਿਆ ਸੀ, ਜੀ। ਕਿਉਂਕਿ ਗੁਲਾਮੀ ਦਾ ਐਸਾ ਕਹਿਰ ਵਰਗਾ ਉਹਨਾਂ ਨੇ ਉਹ ਜੀ। ਦ੍ਰਿਸ਼ ਆਪਣੀ ਅੱਖੀਂ ਦੇਖਦੇ ਸੀ। ਜੀ। ਆਪਣੇ ਮਾਤਾ ਪਿਤਾ ਨਾਲੋਂ ਛੋਟੀ ਜਿਹੀ ਉਮਰ ਦੇ ਵਿੱਚ ਜਲਿਆਂਵਾਲੇ ਬਾਗ ਵਿੱਚ ਗਏ, ਜੀ। ਉੱਥੋਂ ਦੇ ਹਾਲਾਤ ਦੇਖਣ। ਜਦੋਂ ਉਹਨਾਂ ਨੇ ਦੇਖਿਆ ਕਿ ਸਾਰੀ ਮਿੱਟੀ ਲਾਲ ਆ ਖੂਨ ਨਾਲ ਲਬਰੇਜ ਹੋ ਗਈ, ਸਾਰੇ ਖੂਨ ਹੀ ਖੂਨ ਸੀ ਉੱਥੇ, ਬਲੱਡ। ਜੀ। ਤੇ ਈਵਨ ਕਿ ਕੋਈ ਹੈ ਨਹੀਂ ਸੀ ਉੱਥੇ ਜੀ। ਕਿ ਜਿੱਥੇ ਖੂਨ ਜਾਂ ਬਲੱਡ, ਮਤਲਬ ਗੋਲੀਆਂ ਵਾਰੀ ਨਹੀਂ ਚਲੀਆਂ ਸੀ, ਨਾ। ਬਹੁਤ ਬੁਰੀ ਹਾਲਤ ਸੀ। ਜੀ। ਤੇ ਉੱਥੋਂ ਫਿਰ ਇੱਕ ਬਚਪਨ ਦੇ ਵਿੱਚ ਹੀ ਉਹਨਾਂ ਦੇ ਮਨ ਵਿੱਚ ਇੱਕ ਰੋਸ ਭੜਕਿਆ, ਜੀ। ਗੁੱਸਾ ਆਇਆ। ਇੱਕ ਗੁਲਾਮੀ ਦੀ ਐਸੀ ਬੇਬਸੀ ਬਚਪਨ ਦੇ ਵਿੱਚ ਉਹਨਾਂ ਨੇ ਮਹਿਸੂਸ ਕੀਤੀ ਜੀ। ਕਿ ਕਰ ਮੈਂ ਕੀ ਸਕਦਾ ਬਚਪਨ ਉਮਰ, ਪਰ ਬਟ ਮਨ ਵਿੱਚ ਇੱਕ ਉਬਾਲ ਭਰ ਗਿਆ, ਗੁੱਸੇ ਦਾ ਰੋਹ ਭਰ ਗਿਆ। ਜੀ। ਉਹਨਾਂ ਨੇ ਜਲਿਆਂਵਾਲੇ ਬਾਗ ਦੀ ਖੂਨ ਨਾਲ ਲਬਰੇਜ ਮਿੱਟੀ ਜੀ। ਚੱਕ ਕੇ ਆਪਣੇ ਘਰੇ ਲਿਆਂਦੀ ਨਾਲ। ਜੀ। ਕਿਉਂ ਲੈਂਦੀ? ਕਿ ਇੱਕ ਯਾਦ ਰੱਖਣਾ ਮੈਂ ਇਹਨੂੰ ਕਿ ਸਾਡੇ ਨਾਲ ਆਹ ਕੁਝ ਹੋਇਆ, ਸਾਡੇ ਲੋਕਾਂ ਨਾਲ ਆਹ ਵਤੀਰਾ ਕੀਤਾ ਗਿਆ ਵਾ, ਗੁਲਾਮੀ ਦਾ ਐਸਾ ਬੱਤਰ ਅਹਿਸਾਸ ਸਾਨੂੰ ਕਰਾਇਆ ਗਿਆ। 2 ਜਾਂ 3 ਦਿਨ ਬਾਅਦ ਉਹਨਾਂ ਨੇ ਇੱਕ ਝਾੜੂ ਦੇ ਡੱਕੇ ਆਪਣੇ ਘਰ ਦੇ ਬਾਹਰ ਲਿਜਾ ਕੇ ਧਰਤੀ 'ਚ ਗੱਡਣੇ ਸ਼ੁਰੂ ਕਰਤੇ। ਜੀ। ਆਮ ਆਪਾਂ ਬੰਦੂਕਾਂ ਕਹਿ ਦਿੰਦੇ ਆ, ਉਹ ਬਚਪਨ ਦੀ ਉਮਰ ਦੇ ਵਿੱਚ, ਤੋਤਲੀ ਜਵਾਨ ਵਿੱਚ ਉਹਨਾਂ ਨੂੰ ਪਰਿਵਾਰ ਵੱਲੋਂ ਪੁੱਛਿਆ ਗਿਆ ਕਿ ਬੇਟਾ ਤੂੰ ਕੀ ਕਰ ਰਿਹਾ? ਜੀ। ਬਿਲਕੁਲ। ਕਿਉਂ ਇਹ ਤੂੰ ਝਾੜੂ ਦੇ ਡੱਕੇ ਇੱਥੇ ਗੱਡ ਰਿਹਾ ਜ਼ਮੀਨ 'ਚ? ਜੀ। ਤਾਂ ਉਹਨਾਂ ਜਵਾਬ ਦਿੱਤਾ ਵੀ ਮੈਂ ਦੰਬੂਕਾਂ ਬੀਜ ਰਿਹਾ। ਜੀ। ਬੰਦੂਕਾਂ ਜਿਹੜੀ ਕਿ ਤੁਤਲੀ ਬਾਤ ਹਾਂਜੀ ਹਾਂਜੀ, ਦੰਬੂਕਾਂ ਬੀਜ ਰਿਹਾ। ਜੀ। ਉਹ ਕਹਿੰਦੇ ਕਿਉਂ? ਕਹਿੰਦਾ ਮੈਂ ਇਸ ਲਈ ਬੀਜ ਰਿਹਾ ਵੀ ਜਦੋਂ ਇਹ ਉੱਗਣ ਗਿਆ ਜੀ। ਤਾਂ ਮੈਂ ਇਹਦੇ ਨਾਲ ਗੋਰੇ ਮਾਰਨੇ। ਜੀ। ਸੋ ਇੱਕ ਬਹੁਤ ਜ਼ਿਆਦਾ ਬੱਤਰ ਜੋ ਸਾਡੇ ਨਾਲ ਕ੍ਰਿਮੀਨਲ, ਗੰਦਾ ਕ੍ਰਿਮੀਨਲ ਟਾਈਪ ਉਹ ਬੰਦਾ ਜਿਹੜਾ ਜਨਰਲ ਡਾਇਰ ਸੀ, ਜੀ। ਉਹਨੇ
ਦਰਿੰਦਗੀ ਦੀਆਂ ਅੱਤ ਪਾਰ ਕਰਤੀ, ਹੱਦਾਂ ਪਾਰ ਕਰ ਦਿੱਤੀ। ਉਹਨੇ ਇੱਕ ਬੱਚੇ ਦੀ ਮਾਨਸਿਕਤਾ ਦੇ ਉੱਪਰ ਗਹਿਰੀ ਸੱਟ ਮਾਰ ਦਿੱਤੀ ਜੀ ਬਿਲਕੁਲ ਤੇ right। ਬੱਚੇ ਬਚਪਨ ਦੇ ਮਨ ਵਿੱਚ ਉਹਦੇ ਅੰਦਰ ਐਸਾ ਰੋਹ ਭੜਕ ਗਿਆ ਹੋ ਗਿਆ ਜੀ ਕਿ ਉਹ ਰੋਹ ਉਹਦੇ ਅੰਦਰ ਹਰ ਵਕਤ ਹਰ ਪਲ ਜੀ ਉੱਬਲ ਰਿਹਾ ਸੀ। ਉਹੀ ਰੋਹ ਨੂੰ ਅੱਗੇ ਲਿਜਾ ਕੇ ਇੱਕ ਮਹਾਨ ਕ੍ਰਾਂਤੀਕਾਰੀ ਸੇਧ ਤੇ ਉਹ ਗਦਰ ਲਹਿਰ ਦੇ ਵਿੱਚ ਕ੍ਰਾਂਤੀਕਾਰੀ ਯੋਧਾ ਨਾਲ ਜੁੜ ਗਿਆ। ਜੀ ਜਿਸ ਦਿਨ ਉਹਨੇ ਸਕਾਟ ਨੂੰ ਮਾਰਨਾ ਸੀ, ਸਕਾਟ ਨਹੀਂ ਆਇਆ। ਸਕਾਟ ਨੂੰ ਮਾਰਨ ਦੇ ਪਿੱਛੇ ਵਜ੍ਹਾ ਇਹੀ ਸੀ ਕਿ ਲਾਲਾ ਲਾਜਪਤ ਰਾਏ ਨੇ ਡਾਂਗਾਂ ਮਾਰੀਆਂ ਸੀ ਉਹਨਾਂ ਨੇ। ਡਾਂਗਾਂ ਮਾਰੀਆਂ। ਬਿਲਕੁਲ right। ਪਰ ਚਲੋ ਸਾਂਡਰਸ ਆ ਗਿਆ, ਉਹਨੇ ਉਹਨੂੰ ਵੀ ਮਾਰ ਦਿੱਤਾ। ਜੀ ਗੱਲ ਕੀ ਸੀ, ਇੱਕ ਬਲੱਡ ਦੇ ਵਿੱਚ ਇੱਕ ਉਬਾਲ ਭਰਿਆ ਹੋਇਆ ਸੀ। ਜੀ ਗੋਰਿਆਂ ਦੇ ਇੱਕ ਵਿਰੁੱਧ, ਜਨੂੰਨ ਅੰਗਰੇਜ਼ਾਂ ਦੇ ਸੀ। ਵਿਰੁੱਧ ਇੱਕ ਨਫ਼ਰਤ ਭਰੀ ਗਈ। ਜਨੂਨ ਸੀ, ਇੱਕ ਜਨੂਨ ਜਾਗਿਆ ਨਫ਼ਰਤ ਭਰੀ ਕਿਹਨੇ? ਜੀ ਜਨਰਲ ਡਾਇਰ ਨੇ। ਜਨਰਲ ਡਾਇਰ ਨੇ। ਬਿਲਕੁਲ right। ਦਰਿੰਦਗੀ ਕਿਹਨੇ ਕੀਤੀ? ਜਨਰਲ ਡਾਇਰ ਜਨਰਲ ਨੇ। ਡਾਇਰ ਨੇ। ਤੇ ਇਹ ਕਿਵੇਂ ਪੋਸੀਬਲ ਆ ਕਿ ਅਸੀਂ ਅੱਜ ਜਨਰਲ ਡਾਇਰ ਨੂੰ ਸਰੋਪੇ ਪਾ ਦਈਏ, ਜੀ ਜਿਹਨੇ ਦਰਿੰਦਗੀ ਦੀਆਂ ਹੱਦਾਂ ਪਾਰ ਕਰਤੀਆਂ? ਜੀ ਉਹਨੂੰ ਅਸੀਂ ਕਹੀਏ ਕਿ ਅਸੀਂ ਸਰੋਪਾ ਗਲ 'ਚ ਪਾ ਕੇ ਉਹਦਾ ਗੁੱਸਾ ਠੰਡਾ ਕਰਦੇ ਹਾਂ। ਜੀ ਤੇ ਜਿਸ ਸਾਡੇ ਯੋਧਿਆਂ ਨੇ ਇਹ ਕੰਮ ਕੀਤੇ ਜਾਂ ਗੋਰਿਆਂ ਨਾਲ ਜੰਗ ਕੀਤੀ, ਫਿਰ ਉਹਨਾਂ ਦੇ ਟਾਈਪ ਹਥਿਆਰਬੰਦ ਜੰਗ ਕੀਤੀ, ਤੇ ਉਹਨਾਂ ਨੂੰ ਤੁਸੀਂ ਕ੍ਰਿਮੀਨਲ ਜਨਤਵਾਦੀ ਕਰ। ਜੀ ਧਾਲੀਵਾਲ ਸਾਹਿਬ, ਜੇਕਰ ਆਪਾਂ ਇੱਕ ਹੋਰ ਗੱਲ ਕਰੀਏ ਕਿ ਅਧਿਆਪਕ ਬੱਚੇ ਨੂੰ ਸੇਧ ਲਾਉਂਦਾ, ਕਿਤਾਬਾਂ ਦੇ ਵਿੱਚ ਵੀ ਆਪਾਂ ਭਗਤ ਸਿੰਘ ਦਾ ਪੜ੍ਹਦੇ ਹਾਂ, ਸਾਰਾ ਇਤਿਹਾਸ ਵੀ ਪੜ੍ਹਦੇ ਹਾਂ, ਲੇਕਿਨ ਤੁਹਾਨੂੰ ਨਹੀਂ ਲੱਗਦਾ ਕਿ ਕਿਤੇ ਨਾ ਕਿਤੇ ਜੇਕਰ ਸਰਕਾਰਾਂ ਇਸ ਪੀੜ੍ਹੀ ਤੇ ਚੱਲ ਪੈਂਦੀਆਂ ਤਾਂ ਸ਼ਾਇਦ ਅੱਜ ਜਿਵੇਂ ਕਿ ਇੱਕ ਨਾਰਾ ਹੀ ਰਹਿ ਗਿਆ ਕਿ ਭਗਤ ਸਿੰਘ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ, ਪਰ ਉਹ ਪਹਿਰਾ ਦਿੱਤਾ ਨਹੀਂ ਜਾ ਰਿਹਾ। ਦੇਖੋ, ਸੋਚ ਤੇ ਬਾਬੇ ਨਾਨਕ ਦੀ ਦੇ ਉੱਤੇ ਪਹਿਰਾ ਦੇਣ ਦੀ ਲੋੜ ਆ। ਜੀ ਬਿਲਕੁਲ। ਜੇ ਆਪਾਂ ਭਗਤ ਸਿੰਘ ਦੀ ਸੋਚ ਨੂੰ ਉਭਾਰਾਂਗੇ ਨਾ, ਇਹਦਾ ਮਤਲਬ ਬਾਬੇ ਨਾਨਕ ਦੀ ਸੋਚ ਨੂੰ ਅਸੀਂ ਡਾਊਨ ਕਰਾਂਗੇ। ਜੀ ਮੈਂ ਤੇ ਕਹਿੰਦਾ ਇਹਦੇ ਤੇ ਆਪਣੇ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਵੀ ਇਹਦੇ ਬਾਰੇ ਗੰਭੀਰਤਾ ਨਾਲ ਸੋਚਣਾ ਚਾਹੀਦਾ, ਕਿਉਂਕਿ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਸਾਹਿਬ ਨੇ ਸਾਡੇ, ਜੀ ਉਹ ਵੀ ਭਗਤ ਸਿੰਘ ਦੀ ਸੋਚ ਨੂੰ ਕਹਿ ਰਹੇ ਆ। ਜੀ ਭਗਤ ਸਿੰਘ ਠੀਕ ਹੈ, ਭਗਤ ਸਿੰਘ ਸ਼ਹੀਦ ਸੀ, ਅਸੀਂ ਕਹਿੰਦੇ ਆ ਵੀ ਉਹ ਦੇਸ਼ ਦੀ ਆਜ਼ਾਦੀ ਲਈ ਲੜ ਕੇ ਸ਼ਹੀਦ ਹੋਏ ਨੇ। ਜੀ ਬਿਲਕੁਲ right ਉਹ ਜੀ। ਨਹੀਂ, ਕਈ ਆਪਣੇ ਜਿਹੜੇ ਮਤਲਬ ਸੀਗੇ ਉਸ ਸਮੇਂ ਯੋਧੇ ਜਿਨ੍ਹਾਂ ਨੇ ਯੋਗਦਾਨ ਪਾਇਆ ਸੀ, ਉਹ ਸਾਰੇ ਸ਼ਹੀਦ ਆ। ਉਹਨਾਂ ਨੂੰ ਮਾਨਤਾ ਦਿਵਾਉਣ ਵਾਸਤੇ ਵੀ ਸਾਨੂੰ ਸੰਘਰਸ਼ ਕਰਨਾ ਚਾਹੀਦਾ। ਜੀ। ਪਰ ਜੇ ਇਹ ਸੋਚ ਦੀ ਗੱਲ ਕਰੀਏ ਤਾਂ ਸੋਚ ਬਾਬੇ ਨਾਨਕ ਦੀ ਦੇ ਉੱਤੇ ਪਹਿਰਾ ਦੇਵਾਂਗੇ, ਭਗਵੰਤ ਮਾਨ ਨੂੰ ਵੀ ਬਾਬੇ ਨਾਨਕ ਦੀ ਸੋਚ ਤੇ ਪਹਿਰਾ ਦੇਣਾ ਚਾਹੀਦਾ। ਜੀ ਦਸਵੀਂ ਜੀ ਕੀ ਕਹਿਣਾ ਚਾਹੋਗੇ? ਜਿਵੇਂ ਕਿ ਧਾਲੀਵਾਲ ਸਾਹਿਬ ਨੇ ਕਿਹਾ ਕਿ ਅੱਜ ਭਗਤ ਸਿੰਘ ਦੀ ਸੋਚ ਤੇ ਨਹੀਂ ਬਲਕਿ ਬਾਬੇ ਨਾਨਕ ਦੀ ਸੋਚ ਤੇ ਪਹਿਰਾ ਦੇਣ ਦੀ ਲੋੜ ਆ। ਦੇਖੋ, ਇੱਥੇ ਸਾਨੂੰ ਇੱਕ ਗੱਲ ਸਾਨੂੰ ਐਕਸੈਪਟ ਕਰਨੀ ਪਊ, ਖੁੱਲ੍ਹ ਕੇ ਸਾਨੂੰ ਇਹ ਗੱਲ ਨੂੰ ਪ੍ਰਵਾਨ ਕਰਨਾ ਪਊ। ਜੀ ਜਿਸ ਦਿਨ ਸ਼ਹੀਦ ਊਧਮ ਸਿੰਘ ਨੇ ਸ਼ਹੀਦੀ ਪਾਈ, ਜੀ ਉਹਨੇ ਆਪਣਾ ਕਾਫੀ ਟਾਈਮ ਪਹਿਲਾਂ ਤੋਂ ਆਪਣਾ ਨਾਮ ਉਹਨੇ ਰਾਮ ਮੁਹੰਮਦ ਆਜ਼ਾਦ ਸਿੰਘ ਉਹਨੇ ਪ੍ਰਚਾਰਨਾ ਸ਼ੁਰੂ ਕਰ ਦਿੱਤਾ ਸੀ। ਜੀ ਮੀਨਸ ਕਿ ਉਹ ਸਾਂਝਾ ਸੀ, ਕਾਮਨ ਸੀ। ਕਾਮਨ ਸੀ। ਧਰਮ, ਜਾਤ, ਵਰਗ, ਇਹ ਸਾਰੀਆਂ ਗੱਲਾਂ ਨੂੰ ਪਿੱਛੇ ਛੱਡ ਕੇ ਉਹ ਇੱਕ ਡਿਫਰੈਂਟ ਵੇ ਆਫ ਜੀ ਉਹਦੇ ਨਾਲੋਂ ਆ ਗਏ ਨੇ, ਉਹ ਮੂਹਰੇ ਅੱਗੇ ਆ ਗਏ ਨੇ, ਜੀ। ਲੀਡ ਕੀਤਾ ਉਹਨਾਂ ਨੇ। ਜੀ ਇਸੇ ਤਰ੍ਹਾਂ ਅਸੀਂ ਸ਼ਹੀਦਾਂ ਨੂੰ ਕਿਸੇ ਧਰਮ ਨਾਲ, ਜਾਤ, ਵਰਗ ਨਾਲ ਜੋੜ ਕੇ ਦੇਖੀਏ ਤਾਂ ਜੀ। ਮੈਨੂੰ ਨਹੀਂ ਲੱਗਦਾ ਕਿ ਸਾਡੇ ਵਾਸਤੇ ਵਧੀਆ ਗੱਲ ਹੋਊ। ਦੇਖੋ, ਗਦਰ ਲਹਿਰ ਸੀ, ਜੀ ਜੈਤੋ ਦੇ ਮੋਰਚੇ ਵਿੱਚ ਘੋੜਿਆਂ ਥੱਲੇ ਲਤੜ ਕੇ ਬਹੁਤ ਸਾਰੇ ਅੰਮ੍ਰਿਤਧਾਰੀ ਸਿੰਘ ਸ਼ਹੀਦ ਕੀਤੇ ਗਏ। ਜੀ ਬਿਲਕੁਲ ਰਾਈਟ। ਗਦਰੀ ਬਾਬੇ ਬਹੁਤ ਸਾਰੇ ਅੰਮ੍ਰਿਤਧਾਰੀ ਸਿੰਘ ਸੀਗੇ, ਈਵਨ ਕਿ 95% ਤੋਂ ਜ਼ਿਆਦਾ ਕੁਰਬਾਨੀ ਸਿੱਖ ਕੌਮ ਦੀ ਆ ਜੀ ਆਜ਼ਾਦੀ ਦੇ ਸੰਘਰਸ਼ ਵਿੱਚ। ਜੀ ਉੱਥੇ ਅਸੀਂ ਇਹ ਵੀ ਨਹੀਂ ਭੁਲਾ ਸਕਦੇ ਕਿ ਕਾਲੇ ਪਾਣੀਆਂ ਦੀ ਜੋ ਸਜ਼ਾ ਸੀ, ਜੀ ਅਗਰ ਅੱਜ ਵੀ ਕਿਤੇ ਉਹ ਕੋਈ ਕਾਲੇ ਪਾਣੀ ਦੀ ਜੋ ਸਜ਼ਾ ਸਾਡੇ ਯੋਧਿਆਂ ਨੂੰ ਦਿੱਤੀ ਗਈ, ਉਹ ਪੜ੍ਹ ਲਵੇ ਤਾਂ ਸਾਡੇ ਲੂੰ ਕੰਡੇ ਖੜੇ ਹੋ ਜਾਂਦੇ ਨੇ। ਜੀ ਬਿਲਕੁਲ ਉਹ ਰਾਈਟ। ਸੰਘਰਸ਼ੀ ਯੋਧੇ ਸੀਗੇ, ਜੀ ਉਹਦੇ ਵਿੱਚ ਇੰਨੀ ਭਾਰੀ ਗਿਣਤੀ ਵਿੱਚ ਕਿੰਨੇ ਸਿੱਖ ਤੇ ਕਿੰਨੇ ਤੁਸੀਂ ਦੇਖ ਲਓ ਵੀ, ਅਗਰ ਮੈਂ ਨਾਮ ਲਵਾਂ ਤਾਂ ਚੰਦਰ ਸ਼ੇਖਰ ਆਜ਼ਾਦ ਜੀ, ਜੀ ਬਿਲਕੁਲ ਬਿਲਕੁਲ। ਖੁਦੀਰਾਮ ਬੋਸ ਜੀ। ਜੀ, ਮੁਸਲਮਾਨ ਵਰਗ ਦੇ ਮਹਾਨ ਸ਼ਹੀਦ ਅਸ਼ਫਾਕ ਉੱਲਾ ਖਾਨ ਜੀ, ਜੀ ਕਾਕੋਰੀ ਕਾਂਡ ਦੇ ਵਿੱਚ ਦੇਖੋ ਇਹਨਾਂ ਨੇ ਸਾਰਿਆਂ ਨੇ ਸ਼ਮੂਲੀਅਤ ਕੀਤੀ, ਸ਼ਹੀਦੀਆਂ ਪਾਈਆਂ। ਜੀ ਤੇ ਕਿ ਮਤਲਬ ਇੱਕ ਸਾਂਝਾ ਜੰਗ ਸੀ। ਜੀ ਧਰਮ, ਜਾਤੀ, ਵਰਗ, ਇਹਨਾਂ ਸਾਰੀਆਂ ਗੱਲਾਂ ਨੂੰ ਪਿੱਛੇ ਛੱਡ ਕੇ ਇਹਨਾਂ ਨੂੰ ਧਰਮ, ਜਾਤੀਵਾਦ, ਇਹ ਚੀਜ਼ਾਂ ਨੂੰ ਨਾ ਉਹਨਾਂ ਦੇ ਉੱਪਰ ਨਹੀਂ ਥੋਪ ਸਕਦੇ ਸੀ। ਬਿਲਕੁਲ ਰਾਈਟ। ਇਹਨਾਂ ਨੂੰ ਪਿੱਛੇ ਛੱਡ ਦਈਏ, ਉਹ ਸਾਡੇ ਲਈ ਰਿਸਪੈਕਟੇਬਲ ਨੇ। ਜੀ ਬਿਲਕੁਲ। ਉਹ ਇੱਕ ਆਲ ਓਵਰ ਕੰਟਰੀ ਲਈ ਰਿਸਪੈਕਟੇਬਲ ਨੇ, ਤੇ ਬਲਕਿ ਸਾਡੇ ਪੰਜਾਬ ਲਈ ਤਾਂ ਉਦੋਂ ਵੀ ਜ਼ਿਆਦਾ ਪ੍ਰਾਊਡ ਆ ਜੀ। ਕਿ ਸਾਡੀ ਧਰਤੀ ਦੇ ਜੰਮੇ ਪਲੇ ਸੀ। ਜੀ ਗੁਰੂ ਸਾਹਿਬ ਦੀ ਸੋਚ ਦੇ ਅਨੁਸਾਰ ਉਹਨਾਂ ਨੇ ਜ਼ੁਲਮ ਨੂੰ ਪ੍ਰਵਾਨ ਨਹੀਂ ਕੀਤਾ। ਜੀ ਬਿਲਕੁਲ ਜ਼ੁਲਮ ਦੇ ਖਿਲਾਫ ਬਗਾਵਤ ਕੀਤੀ, ਜੀ। ਤੇ ਬਗਾਵਤ ਵੀ ਖੁੱਲ੍ਹ ਕੇ ਕੀਤੀ। ਜੀ। ਤੇ ਜੋ ਉਹਨਾਂ ਨੇ ਅਸੈਂਬਲੀ ਦੇ ਵਿੱਚ, ਮੈਂ ਇੱਥੇ ਸਪਸ਼ਟ ਕਰ ਦੇਣਾ ਚਾਹੁੰਦਾ, ਬੰਬ ਸਿੱਟਿਆ, ਜੀ। ਉਹ ਬੰਬ ਨਾਲ ਇੱਕ ਵੀ ਬੰਦਾ ਨਹੀਂ ਮਰਿਆ। ਜੀ ਉਹ ਬੰਬ ਸਿੱਟਣ ਦੇ ਪਿੱਛੇ ਉਹਨਾਂ ਦੀ ਵਜ੍ਹਾ ਇਹ ਸੀ ਜੀ। ਕਿ ਤੁਸੀਂ ਜੋ ਕਾਫੀ ਮਤਲਬ ਉਹਨਾਂ ਨੇ ਨਾ, ਜਦੋਂ ਉਹਨਾਂ ਨੇ ਸਾਂਡਰਸ ਮਾਰਿਆ ਜਾਂ ਇਹ ਕੁਛ ਕੀਤਾ, ਜੀ। ਉਹਨਾਂ ਨੂੰ ਇਹ ਸੀ ਕਿ ਲੋਕ ਕਾਫੀ ਸਾਰੇ ਮਤਲਬ ਸਾਡੇ ਨਾਲ ਉਹ ਜੁੜ ਜਾਣਗੇ ਤੇ
ਨਿਡਰ ਹੋ ਕੇ ਮਤਲਬ ਅੰਗਰੇਜ਼ਾਂ ਦੇ ਵਿਰੁੱਧ ਸੰਘਰਸ਼ ਕਰਨਗੇ। ਜੀ ਪਰ ਉਹਨਾਂ ਨੂੰ ਲੋਕਾਂ ਦੇ ਮਨ ਤੋਂ ਡਰ ਨਿਕਲ ਜੂ। ਕਿਤੇ ਨਾ ਕਿਤੇ ਉਹਨਾਂ ਨੂੰ ਨਿਰਾਸ਼ਾ ਝੱਲਣੀ ਪਈ ਕਿ ਲੋਕ ਫਿਰ ਵੀ ਅੰਗਰੇਜ਼ਾਂ ਦੀ ਗੁਲਾਮੀ ਨੂੰ ਪ੍ਰਵਾਨ ਕਰੀ ਬੈਠੇ ਸੀ। ਜੀ ਤੇ ਫਿਰ ਉਹਨਾਂ ਨੇ ਇਹ ਸੋਚਿਆ ਕਿ ਮਤਲਬ ਇਹਨਾਂ ਦੇ ਲੋਕਾਂ ਦੇ ਮਨਾਂ 'ਚੋਂ ਡਰ ਕਿਵੇਂ ਕੱਢਿਆ ਜਾਵੇ। ਜੀ ਉਹ ਡਰ ਇਹੀ ਸੀ ਕਿ ਖੁੱਲ੍ਹੇਆਮ ਇਸ ਅੰਗਰੇਜ਼ ਹਕੂਮਤ ਨੂੰ ਬੰਗਾਰਿਆ ਜਾਵੇ, ਜੀ ਜਿਹਦੇ ਨਾਲ ਸਾਡੇ ਲੋਕਾਂ ਦੇ ਵਿੱਚ ਇੱਕ ਦਲੇਰੀ ਦਾ ਜਜ਼ਬਾ, ਉਤਸ਼ਾਹ ਪੈਦਾ ਹੋ ਗਏ ਕਿ ਸਾਨੂੰ ਇਹਨਾਂ ਤੋਂ ਡਰਨ ਦੀ ਲੋੜ ਨਹੀਂ, ਇਹਨਾਂ ਨਾਲ ਸਾਨੂੰ ਸਿੱਧੇ ਹੋ ਕੇ ਮੁਕਾਬਲਾ ਕਰਨਾ ਚਾਹੀਦਾ। ਅਸੈਂਬਲੀ ਵਿੱਚ ਬੰਬ ਸਿੱਟੇ, ਇੱਕ ਵੀ ਬੰਦਾ ਨਹੀਂ ਮਰਿਆ। ਜੀ ਉੱਥੇ ਪਰਚੇ ਵੰਡਦੇ ਹੋਏ ਇਹਨਾਂ ਨੇ ਗ੍ਰਿਫਤਾਰੀ ਦਿੱਤੀ। ਜੀ ਬਿਲਕੁਲ ਬਿਲਕੁਲ। ਹਾਂਜੀ ਜੇਕਰ ਜੀ ਸਾਜਾ ਬੋਲੋ ਜੀ। ਹੁਣ ਰਾਣਾ ਜੀ, ਸਾਨੂੰ ਆਜ਼ਾਦੀ ਦਿਵਾਉਣ ਦੀ ਖਾਤਰ ਅਨੇਕਾਂ ਸਾਡੇ ਜਿਹੜੇ ਆ ਯੋਧੇ ਆ ਉਹ ਸ਼ਹੀਦੀ ਪ੍ਰਾਪਤ ਕਰ ਗਏ। ਬਿਲਕੁਲ ਕਰ ਗਏ ਜੀ। ਕਈਆਂ ਨੇ ਮਤਲਬ ਉੱਤੇ ਕਾਫੀ ਜਿਹੜਾ ਵਾ ਮਤਲਬ ਤਸ਼ੱਦਦ ਚੱਲਿਆ ਕਈਆਂ ਨੇ ਜੀ। ਪਰ ਸਾਡੀ ਸਰਕਾਰ ਕੀ ਦੇ ਰਹੀ ਆਜ਼ਾਦੀ ਘੁਲਾਟੀਆਂ ਨੂੰ? ਜੀ 2% ਨੌਕਰੀਆਂ ਦੇ ਵਿੱਚ ਰਿਜ਼ਰਵੇਸ਼ਨ ਜੀ ਉਹ ਵੀ ਨਹੀਂ ਮਿਲ ਰਹੀ। ਉਹ ਵੀ ਨਹੀਂ ਮਿਲਦੀ। ਕਿਉਂਕਿ ਜੇਕਰ ਕਰਤਾਰ ਸਿੰਘ ਸਰਾਭੇ ਦੀ ਗੱਲ ਕਰੀਏ ਤਾਂ ਉਸ ਦੇ ਜਿਹੜੇ ਪਰਿਵਾਰਕ ਮੈਂਬਰ ਅੱਜ ਵੀ ਦਿਹਾੜੀਆਂ ਲਾ ਰਹੇ ਆ। ਮੈਂ ਕਰਦਾ ਗੱਲ 1% ਜਿਹੜੀ ਆ ਉਹ ਟੈਕਨੀਕਲ ਕਾਲਜ ਤੇ ਜਿਹੜੇ ਮੈਡੀਕਲ ਕਾਲਜ ਉਹਨਾਂ 'ਚ ਰਿਜ਼ਰਵੇਸ਼ਨ ਦਿੰਦੀ ਹੈ ਜੀ। ਹੁਣ ਆਪਣੀ ਭਗਵੰਤ ਮਾਨ ਸਰਕਾਰ ਸਰਦਾਰ ਭਗਤ ਸਿੰਘ ਜੀ ਸ਼ਹੀਦ ਭਗਤ ਸਿੰਘ ਦੇ ਸਿਰ ਤੇ ਜਿਹੜੀ ਆ ਵੀ ਉਹ ਵੋਟ ਮੈਕਸਿਮਮ ਵੋਟ ਉਹਦੇ ਸਿਰ ਤੇ ਲਈ ਇਹਨਾਂ ਨੇ ਜੀ। ਉਹਨੂੰ ਨਾਰਾ ਦੇ ਕੇ ਉਹਦਾ ਦੇ ਕੇ ਹੈ ਨਾ ਵੀ ਆਪਾਂ ਇਹਨਾਂ ਨੇ ਕੀ ਕੀਤਾ ਜੀ ਇਹਨਾਂ ਸ਼ਹੀਦਾਂ ਦੇ ਪਰਿਵਾਰਾਂ ਵਾਸਤੇ ਇਹਨਾਂ ਨੇ ਹੁਣ ਤੱਕ ਕੀ ਕੀਤਾ? ਜੀ। ਸਿਰਫ ਫੋਟੋਆਂ ਲਾਉਣ ਤੱਕ ਤੇ ਇੱਕ ਨਾਰਾ ਦੇਣ ਤੱਕ ਗੱਲ ਨਹੀਂ ਹੈ। ਐਡਵਰਟਾਈਜ਼ਮੈਂਟ ਗੱਲ ਹੈ ਵੀ ਇੱਕ ਪਰਿਵਾਰਾਂ ਦੇ ਵਾਸਤੇ ਜਿਹੜੇ ਉਹਨਾਂ ਦੇ ਪਰਿਵਾਰ ਅੱਜ ਉਹ ਮਤਲਬ ਗਰੀਬੀ ਚੱਲ ਰਹੇ ਆ ਜਾਂ ਮਤਲਬ ਹੈ ਨਾ ਉਹਨਾਂ ਵਾਸਤੇ ਵੀ ਤੁਸੀਂ ਇੱਕ ਐਗਜ਼ਾਮਪਲ ਦੇਖਿਓ ਵੀ ਇੱਕ ਸਰਬਜੀਤ ਸਿੰਘ ਨਾਂ ਦਾ ਨੌਜਵਾਨ ਜੀ ਪਾਕਿਸਤਾਨ ਚਲਾ ਗਿਆ। ਬਿਲਕੁਲ ਬਿਲਕੁਲ ਬਿਲਕੁਲ। ਉੱਥੇ ਜਾ ਕੇ ਜੇਲ੍ਹ ਦੇ ਵਿੱਚ ਲੜਾਈ ਝਗੜੇ 'ਚ ਮਰ ਗਿਆ। ਬਿਲਕੁਲ ਰਾਈਟ ਜੀ। ਉਹਨੂੰ ਇਹਨਾਂ ਇੰਟਰਨੈਸ਼ਨਲ ਸ਼ਹੀਦ ਜਿਹੜਾ ਕੀ ਕਹਿੰਦੇ ਉਹਦੀਆਂ ਲੜਕੀਆਂ ਨੌਕਰੀ ਵੀ ਮਿਲੀ। ਹਾਂ ਸ਼ਹੀਦ ਜਿਹੜਾ ਵਾ ਉਹਨੂੰ ਮਤਲਬ ਕੀ ਕੀਤਾ ਸੀਗਾ ਮਤਲਬ ਸ਼ਹੀਦ ਕਰਾਰ ਦਿੱਤਾ ਸੀਗਾ। ਬਿਲਕੁਲ ਹੈ ਨਾ। ਤੇ 1 ਕਰੋੜ ਰੁਪਈਆ ਪੈਟਰੋਲ ਪੰਪ ਪਲੱਸ 2 ਬੱਚੀਆਂ ਨੂੰ ਨੌਕਰੀ। ਤੇ ਜਿਹੜੇ ਸਾਡੇ ਜਿਨ੍ਹਾਂ ਦੇ ਸਿਰ ਤੇ ਇਹ ਅੱਜ ਵਿਧਾਨ ਸਭਾ ਤੇ ਲੋਕ ਸਭਾ ਦੇ ਵਿੱਚ ਬੈਠੇ ਉਹਨਾਂ ਦੇ ਪਰਿਵਾਰਾਂ ਨੂੰ ਕੀ ਦੇ ਰਹੇ ਆ? ਸਭ ਤੋਂ ਵੱਡਾ ਸਵਾਲ ਆਇਆ ਜੀ। ਜੇਕਰ ਜਸਪ੍ਰੀਤ ਜੀ ਲਾਸਟ ਵਿੱਚ ਗੱਲ ਕਰੀਏ ਤਾਂ ਸਿਮਰਜੀਤ ਮਾਨ ਨੇ ਕਿਹਾ ਸੀ ਕਿ ਸ਼ਹੀਦ ਕਹਿਣਾ ਭੁੱਲ ਗਿਆ ਸੀ, ਸ਼ਹੀਦ ਭਗਤ ਸਿੰਘ ਨੇ ਇੱਕ ਚੰਨਣ ਸਿੰਘ ਦਾ ਅੰਮ੍ਰਿਤਧਾਰੀ ਸਿੱਖ ਵੀ ਮਾਰਤਾ ਸੀ। ਦੇਖੋ ਇੱਥੇ ਮੈਂ ਜ਼ਿਕਰ ਕਰੂੰਗਾ ਸਾਡੇ ਗਦਰ ਲਹਿਰ ਦੇ ਤੂਫਾਨਾਂ ਦੇ ਸ਼ਾਹ ਸਵਾਰ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੀਆਂ ਕੁਝ ਸਤਰਾਂ ਦਾ ਜੀ। ਉਹ ਕਹਿੰਦੇ ਨੇ ਮੂਲਾ ਸਿੰਘ ਕਿਰਪਾਲ ਨਵਾਬ ਵਾਂਗੂ ਜੀ ਅਮਰ ਸਿੰਘ ਨਾ ਕਿਸੇ ਕਹਾ ਜਾਣਾ ਜੀ। ਕਰਕੇ ਦੇਸ਼ ਦੇ ਨਾਲ ਧਰੋ ਯਾਰੋ ਜੀ। ਦਾਗ ਕੌਮ ਦੇ ਮੱਥੇ ਨਾ ਲਾ ਜਾਣਾ ਜੀ। ਸਿੱਖੀ ਸਰੂਪ 'ਚ ਹੋਣਾ ਤੇ ਸਿੱਖੀ ਸਿਧਾਂਤਾਂ 'ਤੇ ਚੱਲਣਾ, ਇਹ ਦੋ ਮੈਨੂੰ ਲੱਗਦਾ ਕਿ ਦਿਖਾਵੇ ਦੇ ਨਾਲ ਉਹਨੂੰ ਉਹਦੇ ਉੱਪਰ ਚੱਲਣਾ, ਦੋ ਅਲੱਗ-ਅਲੱਗ ਹੈਗੀਆਂ ਨੇ। ਜੋ ਚੰਨਣ ਸਿੰਘ ਸੀ ਬਿਨਾਂ ਸ਼ੱਕ ਅੰਮ੍ਰਿਤਧਾਰੀ ਤਾਂ ਸੀ, ਪਰ ਉਹ ਅੰਗਰੇਜ਼ਾਂ ਦਾ ਇੱਕ ਸਿਪਾਹੀ ਸੀ। ਨਹੀਂ ਜੀ ਆਲਰੇਡੀ ਉਹ ਮੁਲਾਜ਼ਮ ਸੀ। ਬਿਲਕੁਲ ਬਿਲਕੁਲ। ਅੰਗਰੇਜ਼ ਫੋਰਸ ਦਾ ਉਹ ਕੋਈ ਸਿਪਾਹੀ ਸੀ ਜੀ। ਜਿਸ ਸਮੇਂ ਸ਼ਹੀਦ ਭਗਤ ਸਿੰਘ ਨੇ ਉਹਨੂੰ ਮਾਰਿਆ ਸਾਂਡਰਸ ਨੂੰ, ਤਾਂ ਉਸ ਸਮੇਂ ਉਹਨੇ ਚੰਨਣ ਸਿੰਘ ਨੇ ਭੱਜ ਕੇ ਉਹਨੂੰ ਫੜਨ ਦੀ ਕੋਸ਼ਿਸ਼ ਕੀਤੀ ਜੀ। ਸ਼ਹੀਦ ਭਗਤ ਸਿੰਘ ਉਹਨੂੰ ਉਹਦਾ ਜਜ਼ਬਾ ਇਹ ਸੀ ਕਿ ਅੱਜ ਅਗਰ ਮੈਂ ਸ਼ਹੀਦ ਭਗਤ ਸਿੰਘ ਨੂੰ ਫੜ ਲਿਆ ਜੀ ਤਾਂ ਮੈਨੂੰ ਅੰਗਰੇਜ਼ ਸਰਕਾਰ ਵੱਲੋਂ ਇਨਾਮ ਮਿਲੂ, ਕਾਫੀ ਇਨਾਮ ਮਿਲਣਗੇ ਜੀ। ਤੇ ਮਤਲਬ ਮੈਨੂੰ ਅਹੁਦੇ ਮਿਲਣਗੇ ਵੱਡੇ, ਇਹ ਉਹਦੇ ਮਾਈਂਡ 'ਚ ਸੀ। ਸ਼ਹੀਦ ਭਗਤ ਸਿੰਘ ਨੇ ਉਹਨੂੰ ਕਿਹਾ ਵੀ ਕਿ ਤੇਰੇ ਨਾਲ ਸਾਡਾ ਕੋਈ ਵਿਰੋਧ ਨਹੀਂ, ਤੂੰ ਸਾਡਾ ਆਪਣਾ ਹੈਗਾ ਵਾ, ਤੂੰ ਨਾ ਇਸ ਦੇ ਵਿੱਚ ਪੈ ਤੇ ਮਤਲਬ ਗੋਰਿਆਂ ਨਾਲ ਅੰਗਰੇਜ਼ਾਂ ਨਾਲ ਸਾਡੀ ਜੰਗ ਚੱਲ ਰਹੀ ਆ, ਤੂੰ ਇਹਦੇ 'ਚ ਨਾ। ਪਰ ਉਹਨੇ ਉਹਦੇ ਬਾਵਜੂਦ ਵੱਧ ਕੇ ਉਹਨੂੰ ਫੜ ਕੇ ਗ੍ਰਿਫਤਾਰੀ ਕਰਨ ਲਈ ਮਤਲਬ ਜਦੋਂ ਆਇਆ ਤਾਂ ਚਲੋ ਇੱਕ ਹੋਇਆ ਕੰਮ, ਤੇ ਉਹਦੇ ਵਿੱਚ ਹੋਇਆ ਉਹ ਜੋ ਹੋਇਆ ਪਤਾ ਆਪਾਂ ਨੂੰ, ਉਹਨੇ ਮਾਰਿਆ ਸ਼ਹੀਦ ਭਗਤ ਸਿੰਘ ਨੇ ਚੰਨਣ ਸਿੰਘ ਨੂੰ ਜੀ। ਮਤਲਬ ਉਹਨੂੰ ਅਗਰ ਆਪਾਂ ਕੌਮ ਪ੍ਰਸਤੀ ਜਾਂ ਵਤਨ ਪ੍ਰਸਤੀ ਦੇ ਮੁਤਾਬਕ ਦੇਖੀਏ ਜੀ ਤਾਂ ਜੋ ਸਿੱਖ ਕੌਮ ਦਾ ਹਿਸਟਰੀ ਆ ਕਿ 95% ਤੋਂ ਬਾਅਦ ਵੱਧ ਅਸੀਂ ਕੁਰਬਾਨੀਆਂ ਦੇ ਕੇ ਆਪਣੀ ਰਿਸਪੈਕਟ ਅਸੀਂ ਹਾਸਲ ਕੀਤੀ ਆ, ਸਾਡੇ ਤੋਂ ਸਾਡੀ ਰਿਸਪੈਕਟ ਕੋਈ ਖੋ ਨਹੀਂ ਸਕਦਾ ਜੀ। ਤੇ ਉਹਦੇ ਵਿੱਚ ਮਤਲਬ ਇਸ ਤਰ੍ਹਾਂ ਦੇ ਬੰਦੇ ਤਾਂ ਜਿਵੇਂ ਮੂਲਾ ਸਿੰਘ ਕਿਰਪਾਲ ਨਵਾਬ ਜੀ। ਮਾਫੀ ਚਾਹੁੰਦਾ ਜਸਪ੍ਰੀਤ ਜੀ ਤੁਹਾਡੀ ਗੱਲ ਵਿੱਚ ਸਿਮਰਜੀਤ ਮਾਨ ਇਸ ਗੱਲ ਨੂੰ ਮੈਨੂੰ ਤਾਂ ਹਾਈਲਾਈਟ ਨਹੀਂ ਕਰ ਰਿਹਾ ਕਿ
ਸ਼ਹੀਦ ਭਗਤ ਸਿੰਘ ਦੇ ਵਿਰੁੱਧ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਕਿ ਉਹਨੇ ਇੱਕ ਅੰਮ੍ਰਿਤਧਾਰੀ ਸਿੱਖ ਮਾਰਿਆ। ਦੇਖੋ ਬਚਾਓ ਦੇ ਵਿੱਚ ਮਾਰਤਾ, ਜੀ। ਜੇ ਉਹ ਉਹਨੂੰ ਫੜਨ ਗਿਆ ਸੀ ਅੱਜ ਦੇ ਸਮੇਂ Self ਦਾ ਲਾ ਲਓ, defense। ਪਿਛਲੇ ਸਮੇਂ ਦੇ ਵਿੱਚ ਲਾ ਲਓ, ਜੀ। ਜਦੋਂ ਵੀ ਕੋਈ ਯੋਧਾ ਗਾਂ ਕੋਈ ਇਹੋ ਜਿਹੀ ਕਾਰਵਾਈ ਕਰਦਾ ਤੇ ਜੀ। ਜੇ ਉਹਨੂੰ ਕੋਈ ਫੜਨ ਵਾਲਾ ਉਹ ਦੇਖਿਆ ਥੋੜਾ ਜਾਂਦਾ ਵੀ ਉਹ ਅੰਮ੍ਰਿਤਧਾਰੀ ਹੈ ਜਾਂ ਕੀ ਹੈ। ਜੀ 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 ਬਿਲਕੁਲ ਐਵੇਂ ਹੀ ਹੈ ਜੀ, ਇੱਕ ਸੈਲਫ ਡਿਫੈਂਸ ਸੀਗਾ। ਜੀ ਸ਼ਹੀਦ ਭਗਤ ਸਿੰਘ ਦੀ ਆਪਾਂ ਗੱਲ ਕਰੀਏ ਤਾਂ ਦੇਖੋ ਅੱਜ ਬਹੁਤ ਸਾਰੀ ਲੀਡਰਸ਼ਿਪ ਨੇ ਜੀ। ਉਹਨਾਂ ਦੇ ਨਾਮ ਦਾ ਆਸਰਾ ਬਹੁਤ ਲਿਆ ਵਾ। ਬਿਲਕੁਲ ਜੀ ਬਿਲਕੁਲ। ਖਟਕੜ ਕਲਾਂ 'ਚ ਉਹਦੀ ਬਰਸੀ ਮਨਾਉਂਦੇ ਨੇ, ਜੀ। ਬਹੁਤ ਇਕੱਠ ਕਰਦੇ ਆ, ਜੇਕਰ ਰੈਲੀਆਂ ਕਰਦੇ ਸਿਆਸੀ, ਵੱਡੇ-ਵੱਡੇ ਪਰ ਅਫਸਰਾਂ ਦੇ ਵਿੱਚ ਉਹਦੀ ਵੀ ਸੋਚ ਤਸਵੀਰ- ਨੂੰ ਨਹੀਂ ਅਪਣਾਇਆ ਕਿਸੇ ਨੇ। ਜੀ ਇੱਕ ਸਮਾਂ ਆਇਆ, ਇੱਕ ਜੀ। ਦੌਰ ਆਇਆ ਸ਼ਹੀਦ ਭਗਤ ਸਿੰਘ ਦੇ ਜੀਵਨ ਕਾਲ ਦੇ ਵਿੱਚ ਕਿ ਉਹ ਕਾਫੀ ਸਾਰਾ ਵਾਂਟਡ ਟਾਈਪ ਮਤਲਬ ਹੋ ਗਿਆ, ਪਤਾ ਨਹੀਂ ਸੀ ਲੱਗ ਰਿਹਾ ਕਿ ਕੌਣ ਆ। ਜੀ। ਪਰ ਅੰਗਰੇਜ਼ ਸਰਕਾਰ ਲੱਭਦੀ ਫਿਰਦੀ ਸੀ ਕਿ ਏਡਾ ਕੁ ਨੌਜਵਾਨ ਹੈ 23 ਸਾਲ ਦਾ ਕੌਣ ਆ। ਜੀ ਇਹਨੂੰ ਹਦਾਇਤ ਕੀਤੀ ਗਈ ਗਦਰ ਲਹਿਰ ਵੱਲੋਂ, ਕ੍ਰਾਂਤੀਕਾਰੀਆਂ ਵੱਲੋਂ ਕਿ ਕੁਛ ਸਮਾਂ ਲਈ ਤੂੰ ਰੂਪੋਸ਼ ਹੋ ਜਾ ਜਾਂ ਇੱਕ ਸਾਈਡ ਤੇ ਹੋ ਜਾ। ਜੀ ਉਹਨਾਂ ਕੁ ਸਮਾਂ ਆਪਣੇ ਇਹ ਘਰੇ ਆ ਗਿਆ। ਜੀ ਘਰੇ ਆ ਗਿਆ ਤਾਂ ਇਹਦੇ ਮਾਪੇ ਨੇ ਇਹਨੂੰ ਕਿਹਾ ਕਿ ਜਿੱਥੇ ਇਹਨੂੰ ਮੰਗਣੀ ਕਰਨ ਲਈ ਵੀ ਗਿਆ, ਉੱਥੇ ਇਹਨੂੰ ਇਹ ਵੀ ਕਿਹਾ ਕਿ ਤੂੰ ਕੁਛ ਨਾ ਕੋਈ ਖੇਤੀ ਦਾ ਕੰਮ ਸਾਂਭ। ਜੀ ਇਹਨੇ ਜਦੋਂ ਇੱਕ ਵਾਰ ਦੀ ਖੇਤੀ ਦਾ ਕੰਮ ਕਰ ਸਾਂਭ ਕੇ ਸਾਰਾ ਹਿਸਾਬ ਕਿਤਾਬ ਵੀ ਇਹਨੂੰ ਕਿਹਾ ਵੀ ਤੂੰ ਕਰਨਾ। ਜੀ ਜਦੋਂ ਇਹਨੇ ਹਿਸਾਬ ਕਿਤਾਬ ਕਰਕੇ ਸਾਰਾ ਉਹ ਕਲੀਅਰ ਕੀਤਾ ਤਾਂ ਜੋ ਕਿਰਤੀ ਕਾਮੇ ਸੀਗੇ ਜੀ ਉਹਨਾਂ ਦੇ ਵੱਲ ਕੁਝ ਰਕਮ ਕੁਝ ਪੈਸੇ ਟੁੱਟਦੇ ਸੀ ਜੀ ਜੋ ਇਹਨੇ ਉਹਨਾਂ ਤੋਂ ਵਸੂਲ ਕਰਨੇ ਸੀ। ਜੀ ਤੇ ਹੁੰਦਾ ਇਹ ਸੀ ਕਿ ਜਿੰਨਾ ਸਮਾਂ ਉਹ ਕਿਰਤੀ ਲੋਕ ਪਹਿਲਾਂ ਪੇ ਨਹੀਂ ਕਰ ਦਿੰਦੇ ਜੋ ਉਹਨਾਂ ਦੇ ਸਿਰ ਰਕਮ ਟੁੱਟਦੀ ਆ, ਜੀ। ਤਾਂ ਅਗਾਂਹ ਕਿਸੇ ਹੋਰ ਨਵੇਂ ਨਾਲ ਸੀਰੀ ਨਹੀਂ ਰਲ ਸਕਦੇ ਜਾਂ ਉਹ ਨਹੀਂ ਕਰ ਸਕਦੇ। ਜੀ ਜ਼ਿਮੀਂਦਾਰੀ ਦੇ ਵਿੱਚ ਇਦਾਂ ਸੀ। ਜੀ। ਤੇ ਜਦੋਂ ਉਹ ਹੋ ਗਏ ਤਾਂ ਇਹਨੇ ਉਹਨਾਂ ਨਾਲ ਹਿਸਾਬ ਕਿਤਾਬ ਤੇ ਲਕੀਰ ਮਾਰਤੀ। ਜੀ ਇਹਦੇ ਪੇਰੈਂਟਸ ਨੇ, ਇਹਦੇ ਮਾਪੇ ਨੇ ਇਹਨੂੰ ਕਿਹਾ ਵੀ ਤੂੰ ਇਹ ਕੀ ਕੀਤਾ, ਆਪਣੇ ਪੈਸੇ ਉਹਨਾਂ ਵੱਲ ਰਹਿੰਦੇ ਸੀ। ਤੁਸੀਂ ਕਹਿੰਦੇ ਹੋ ਕਿ ਅਸੀਂ ਭਗਤ ਸਿੰਘ ਦੇ ਸ਼ਹੀਦ ਭਗਤ ਸਿੰਘ ਦੇ ਵਾਰਸ ਹਾਂ। ਜੀ ਮੈਂ ਇਹ ਕਹਿਣਾ ਚਾਹੁੰਦਾ ਕਿ ਤੁਸੀਂ ਵਾਰਸ, ਮੈਂ ਨਹੀਂ ਸਮਝਦਾ ਤੁਸੀਂ ਵਾਰਸ ਹੈ ਕਿ ਤਾਂ ਤੁਸੀਂ ਸੋਚ ਨਹੀਂ ਅਡਾਪਟ ਕਰ ਰਹੇ। ਜੀ ਦੂਸਰਾ, ਤੁਸੀਂ ਸ਼ਹੀਦ ਭਗਤ ਸਿੰਘ ਦੇ ਵਾਰਸਾਂ ਨੂੰ ਜਵਾਬ ਦਿਓ। ਜੀ ਬਿਲਕੁਲ ਰਾਈਟ ਜੀ ਰਾਈਟ। ਤੁਸੀਂ ਜਵਾਬ ਦਿਓ ਸ਼ਹੀਦ ਭਗਤ ਸਿੰਘ ਦੇ ਵਾਰਸਾਂ ਨੂੰ, ਤੁਸੀਂ ਖੁਦ ਵਾਰਸ ਨਹੀਂ ਹੈਗੇ। ਤੁਸੀਂ ਉਹ ਸੋਚ ਨਹੀਂ ਅਡਾਪਟ ਕਰ ਰਹੇ। ਜੀ। ਕਿਰਤੀ ਵਰਗ, ਗਰੀਬ ਮਜ਼ਦੂਰਾਂ ਨਾਲ ਜੋ ਧੱਕਾ, ਜੋ ਜ਼ੁਲਮ ਹੋ ਰਹੇ ਨੇ, ਜੀ ਉਠਾਓ ਆਵਾਜ਼, ਬੁਲੰਦ ਕਰੋ, ਇਹਨਾਂ ਨੂੰ ਇਨਸਾਫ ਦਿਓ। ਜੀ ਪਰ ਨਹੀਂ, ਉਹ ਤਾਂ ਕੰਮ ਇਹਨਾਂ ਨੇ ਕਰਨਾ ਨਹੀਂ। ਜੀ ਸੋਚ ਨਹੀਂ ਨਾ ਜਦੋਂ ਤੱਕ ਅਪਣਾਉਂਦੇ ਜੀ। ਤਾਂ ਮਤਲਬ ਪੀਲੇ ਰੰਗ ਦੀਆਂ ਪੱਗ ਬੰਨ੍ਹਣ ਜੀ। ਨਾਲ ਜੀ, ਜਾਂ ਉਹ ਬਿਲਕੁਲ। ਭਗਤ ਸਿੰਘ ਦਾ ਨਾਮ ਬਾਰ-ਬਾਰ ਲੈਣ ਨਾਲ, ਜਾਂ ਨਾਰਾ ਲਾਉਣ ਨਾਲ। ਉਹ ਨਾਅਰੇ ਲਾਉਣ ਨਾਲ, ਨਹੀਂ ਉਹ ਨਹੀਂ ਗੱਲ ਬਣਨੀ। ਜੀ ਉਹਦਾ ਫਲਸਫਾ ਤੁਹਾਨੂੰ ਆਪਣੇ ਜੀਵਨ ਪੱਧਰ ਦੇ ਵਿੱਚ ਜੀ ਸ਼ਾਮਲ ਕਰ ਲਓ ਤਾਂ ਸ਼ਾਇਦ ਸਾਨੂੰ ਦੇਖਣ ਨੂੰ ਲੱਗੇ ਕਿ ਤੁਸੀਂ ਉਹਦੀ ਸੋਚ ਤੇ ਚੱਲ ਰਹੇ ਹੋ। ਜੀ ਧਾਲੀਵਾਲ ਸਾਹਿਬ, ਸਮਾਂ ਇਜਾਜ਼ਤ ਨਹੀਂ ਦੇ ਰਿਹਾ। ਜੇਕਰ ਆਪਾਂ ਲਾਸਟ ਵਿੱਚ ਤੁਹਾਡੇ ਨਾਲ ਗੱਲ ਕਰੀਏ ਕਿ ਆਪਣਾ ਜਿਹੜਾ ਭਾਰਤ ਆ ਕਾਗਜ਼ਾਂ ਵਿੱਚ ਹੀ ਆਜ਼ਾਦ ਆ, ਮੈਨੂੰ ਲੱਗਦਾ ਦੂਜੇ ਰੋਟ ਆਜ਼ਾਦ ਨਹੀਂ ਹੋਇਆ। ਦੇਖੋ, ਚਾਹੀਦਾ ਤੇ ਇਹਨਾਂ ਨੂੰ ਉਦੋਂ ਦਾ ਹੀ ਜਦੋਂ ਦੇਸ਼ ਆਜ਼ਾਦ ਹੋਇਆ ਸੀ ਨਾ, ਜੀ। ਜਿਨ੍ਹਾਂ ਨੂੰ ਗੋਰੇ ਅੱਤਵਾਦੀ ਕਹਿੰਦੇ ਸੀ ਜਾਂ ਰਿਕਾਰਡ 'ਤੇ ਲਿਖਿਆ ਸੀ, ਜੀ। ਉਹਨਾਂ ਨੂੰ ਉਦੋਂ ਹੀ ਮਾਨਤਾ ਦੇ ਦਿੰਦੇ। ਤੇ ਜੀ। ਸਾਡਾ ਦੇਸ਼, ਜੀ। ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ 'ਚ ਯੋਗਦਾਨ ਪਾਇਆ ਸੀ, ਜੀ। ਸ਼ਹੀਦ ਹੋਏ ਸੀ ਜਾਂ ਤਸ਼ੱਦਦ ਝੱਲਿਆ ਸੀ, ਜੀ। ਉਹਨਾਂ ਪਰਿਵਾਰਾਂ ਨੂੰ ਦੀ ਆਰਥਿਕ ਮਦਦ ਪਲੱਸ ਸਨਮਾਨ, ਜਿਹੜਾ ਮਾਨ ਸਨਮਾਨ ਆ, ਉਹ ਦਿੰਦਾ। ਜੀ ਚਲੋ, ਆਪਣੇ ਪੰਜਾਬ ਦੇ ਵਿੱਚ ਤੇ ਸ਼ਹੀਦ ਭਗਤ ਸਿੰਘ ਦੇ ਵਾਰਸ ਦੱਸ ਕੇ ਜਿਹੜੀ ਆ ਉਹ ਸਰਕਾਰ ਜਿਹੜੀ ਆ ਸਥਾਪਿਤ ਹੋਈ ਹੈ ਨਾ, ਜੀ ਇਹੀ ਮਾਨ ਸਨਮਾਨ ਦੇ ਦੇਣ। ਮਤਲਬ ਜੀ। ਜਿਹੜੇ ਸਾਡੇ ਫਰੀडम ਫਾਈਟਰ ਨੇ, ਜਿਹੜੇ ਮਤਲਬ ਜਿਹੜੇ ਸ਼ਹੀਦ ਹੋਏ ਨੇ, ਮਤਲਬ ਕਿਉਂਕਿ ਪੰਜਾਬ ਦੇ ਮੈਕਸਿਮਮ ਜਿਹੜੇ ਲੋਕ ਪੰਜਾਬੀ ਆ, ਦੇਸ਼ ਦੀ ਆਜ਼ਾਦੀ ਲਈ ਉਹ ਸ਼ਹੀਦ ਹੋਏ, ਜੀ ਉਹਨਾਂ ਨੂੰ ਮਾਨ ਸਨਮਾਨ ਦੇਣ। ਜੀ ਲਾਰਡ ਜਾਂ ਅਡਵਾਇਰ ਸੀ ਜਾ ਕੇ ਲੱਗਾ ਕਰਨ ਪ੍ਰਚਾਰ, ਕਹਿੰਦਾ ਬਾਗੀ ਹਿੰਦੁਸਤਾਨ ਦੇ ਦੇਣੇ ਨਾਲ ਗੋਲੀਆਂ ਮਾਰ, ਮੈਂ ਵਿੱਚ ਜਲਿਆਂ ਵਾਲੇ ਬਾਗ ਦੇ ਖੇਡਿਆ ਉਹਨਾਂ ਨਾਲ ਸ਼ਿਕਾਰ। ਅੱਜ ਇੱਕ ਅਜਿਹੇ ਮੁੱਦੇ 'ਤੇ ਅਸੀਂ ਗੱਲ ਕੀਤੀ ਸਤਨਾਮ ਸਿੰਘ ਧਾਲੀਵਾਲ ਤੇ ਜਸਪ੍ਰੀਤ ਸਿੰਘ ਢੋਲਣ ਜੀ ਨੇ ਕਿ ਜਿਹੜਾ ਸਿਮਰਜੀਤ ਮਾਨ ਆ, ਉਹਨਾਂ ਨੇ ਆਪਣੀਆਂ ਸਿਆਸੀ ਰੋਟੀਆਂ ਸੇਕਣ ਲਈ ਸ਼ਹੀਦ ਭਗਤ ਸਿੰਘ ਨੂੰ ਅੱਤਵਾਦੀ ਨਾਲ ਜੋੜਿਆ ਗਿਆ। ਤੇ ਅਗਲੇ ਪ੍ਰੋਗਰਾਮ ਵਿੱਚ ਅਸੀਂ ਫਿਰ ਇਸੇ ਵਿਸ਼ੇ 'ਤੇ ਇੱਕ ਗੱਲਬਾਤ ਵੱਖਰੀ ਲੈ ਕੇ ਆਵਾਂਗੇ। ਦੇਖਣਾ ਨਹੀਂ ਭੁੱਲਣਾ ਸਾਡਾ ਪ੍ਰੋਗਰਾਮ।